ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਡ ਬਿਖੇ ਬਿਖ ਖਾਹੀ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾ ਰਾਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਸ਼੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ, ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ। ਏ ਮਨ ਧਾਵਤ ਤਾਂ ਰਹੈ ਜਾਂ ਆਪੇ ਨਦਰ ਕਰੇ। ਇਹ ਮਨ ਧਾਵਤ ਤਾਂ ਰਹੈ ਜਾਂ ਆਪੇ ਨਦਰ ਕਰੇ। ਭਾਈ ਰੇ ਗੁਰਮੁਖ ਹਰ ਨਾਮ ਧਿਆਏ, ਨਾਮ ਨਿਧਾਨ ਸਦ ਮਨ ਵਸੈ। ਮਹਿਲੀ ਪਾਵੈ ਥਾਉ ਰਹਾਉ, ਮਨ ਮੁਖ ਮਨ ਤਨ ਅੰਧ ਹੈ। ਮਨ ਮੁਖ ਮਨ ਤਨ ਅੰਧ ਹੈ, ਤਿਸਨੋ ਠੌਰ ਨ ਠਾਉ। ਬਹੁ ਜੋਨੀ ਭੌਂਦਾ ਫਿਰੈ, ਜਿਉ ਸੁੰਝੈ ਘਰ ਕਾਉ। ਗੁਰਮਤੀ ਘਟ ਚਾਨਣਾ, ਸ਼ਬਦ ਮਿਲੈ ਹਰ ਨਾਉ। ਤ੍ਰੈ ਗੁਣ ਬਿਖਿਆ ਅੰਧ ਹੈ, ਮਾਇਆ ਮੋਹ ਗੁਬਾਰ। ਲੋਭੀ ਅਨ ਕੋ ਸੇਵੰਦੇ, ਲੋਭੀ ਅਨ ਕੋ ਸੇਵੰਦੇ। ਪੜ੍ਹ ਵੇਦਾਂ ਕਰੈ ਪੁਕਾਰ, ਬਿਖਿਆ ਅੰਦਰ ਪਚ ਮੂਏ। ਨਾ ਉਰਵਾਰ ਨਾ ਪਾਰ, ਮਾਇਆ ਮੋਹ ਵਿਸਾਰਿਆ। ਜਗਤ ਪਿਤਾ ਪ੍ਰਤਪਾਲ, ਬਾਝੋਂ ਗੁਰੂ ਅਚੇਤ ਹੈ। ਸਭ ਬੱਧੀ ਜਮ ਕਾਲ, ਨਾਨਕ ਗੁਰਮਤਿ ਉਬਰੇ। ਸੱਚਾ ਨਾਮ ਸੰਭਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ। ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਬਣੀ ਹੈ। ਸਤਿਗੁਰ ਜੀ ਤਰੁੱਠੇ ਨੇ, ਜੋ ਰੋਜ਼ਾਨਾ ਦੇ ਵਾਂਗੂ ਪ੍ਰੇਮ ਬਖਸ਼ਦੇ ਹੋਏ ਆਪਣੇ ਨਾਲ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ। ਪਹਿਲਾ ਰਾਗ ਸ਼੍ਰੀ ਰਾਗ ਹੈ, ਜਿਹਦੇ ਵਿੱਚ ਇਹ 43 ਨੰਬਰ ਸ਼ਬਦ ਹੈ ਅੱਜ ਦਾ। ਹੁਣ ਤੱਕ ਆਪਾਂ ਸ਼੍ਰੀ ਰਾਗ ਦੇ ਪਹਿਲੇ ਜਿਹੜੇ ਨੇ 42 ਨੰਬਰ ਸ਼ਬਦ ਤੱਕ ਵਿਚਾਰ ਕਰ ਚੁੱਕੇ ਹਾਂ, ਜਿਹਦੇ ਵਿੱਚ 34 ਸ਼ਬਦ ਜਿਹੜੇ ਸਨ, 34 ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਨ, 33 ਸ਼ਬਦ
ਤੇ 34 ਨੰਬਰ ਸ਼ਬਦ ਤੋਂ ਜਿਹੜੀ ਵਿਚਾਰ ਪ੍ਰਾਰੰਭ ਹੋਈ ਹੈ, ਇਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਸ਼ਬਦ ਨੇ। ਹੁਣ ਇਹਨਾਂ ਪਾਵਨ ਬਚਨਾਂ ਦੇ ਵਿੱਚ ਬਹੁਤ ਹੀ ਸਿੱਖਿਆ ਹੈ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕਿਵੇਂ ਗੁਰਸਿੱਖ ਦਾ ਸੁਭਾਅ ਹੈ ਤੇ ਮਨਮੁਖ ਦਾ ਕੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਬੜੇ ਹੀ ਡਿਟੇਲ ਦੇ ਨਾਲ ਡਿਸਕ੍ਰਾਈਬ ਕਰਕੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੇਵਲ ਬਾਣਾ ਪਾ ਕੇ ਜਾਂ ਭੇਖ ਬਣਾ ਕੇ ਨਹੀਂ ਤੂੰ ਸਿੱਖ ਬਣ ਸਕਦਾ ਜਦ ਤੱਕ ਤੇਰੇ ਅੰਦਰ ਸਿੱਖੀ ਨਹੀਂ। ਬਾਣਾ ਤੇ ਇੱਕ ਉਹਦਾ ਸੁਲਝਿਆ ਰੂਪ ਹੈ। ਜਿਵੇਂ ਇੰਜ ਕਹਿ ਲਓ ਕਿ ਬਾਣਾ ਇੱਕ ਦਰਸ਼ਨੀ ਹੈ, ਪਰ ਜੇ ਉਸ ਦਰਸ਼ਨ ਦੇ ਵਿੱਚ ਅੰਦਰ ਸੱਚ ਨਹੀਂ ਤੇ ਲੋਕਾਂ ਦਾ ਬਾਣੇ ਤੋਂ ਭਰੋਸਾ ਉੱਠ ਜਾਵੇਗਾ, ਜਿਵੇਂ ਅੱਜ ਉੱਠਦਾ ਜਾ ਰਿਹਾ ਹੈ। ਕਿਉਂਕਿ ਬਹੁਤਾਤ ਬਾਣੀ ਦੀ ਬੇਪਤੀ ਕਰਨ ਵਾਲੇ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਬਾਣੀ ਨਹੀਂ ਵਸ ਰਹੀ। ਉਹਨਾਂ ਨੇ ਬਾਹਰ ਦੇ ਬਾਣੇ ਤੇ ਬਹੁਤ ਖੂਬਸੂਰਤ ਪਹਿਨੇ ਨੇ, ਬਾਹਰ ਦੇ ਤੇ ਬੜੇ ਵਧੀਆ ਉਹਨਾਂ ਨੇ ਲਿਬਾਸ ਪਹਿਨੇ ਨੇ, ਪਰ ਜਦੋਂ ਕੋਲ ਜਾ ਕੇ ਵੇਖੀਦਾ ਹੈ ਤੇ ਇਵੇਂ ਲੱਗਦਾ ਹੈ ਜਿਵੇਂ ਅੰਦਰ ਹਜੇ ਵੀ ਉਹ ਮਨ ਰੂਪੀ ਮੈਂਡਕ ਚਿੱਕੜ ਦੇ ਵਿੱਚ ਹੀ ਚੁੱਭੀਆਂ ਲਾ ਰਿਹਾ ਹੈ। ਇਸੇ ਕਰਕੇ ਅੱਜ ਦੇ ਸਮੇਂ ਦੇ ਵਿੱਚ ਦੇਖੋ, ਇੱਕ ਸਮਾਂ ਸੀ ਦੁਸ਼ਮਣ ਹਕੂਮਤ ਨੇ ਪੂਰਾ ਆਪਣਾ ਟਿਲ ਲਾ ਲਿਆ, ਪੂਰਾ ਜ਼ੋਰ ਲਾ ਲਿਆ, ਪਰ ਉਹ ਸੰਗਤ ਦੇ ਵਿੱਚ ਸਿੱਖਾਂ ਦੇ ਪਰਥਾਏ, ਮਾਨਵਤਾ ਦੇ ਪਰਥਾਏ, ਸਿੱਖਾਂ ਦੇ ਪਰਥਾਏ, ਉਹ ਕੋਈ ਇਹੋ ਜਿਹਾ ਭਰਮ ਨਹੀਂ ਪਾਲ ਸਕੇ ਕਿ ਕੋਈ ਮਨੁੱਖ ਇਹ ਕਹਿ ਦੇਵੇ ਕਿ ਸਿੱਖ ਕਿਰਦਾਰ ਤੋਂ ਡਿੱਗਿਆ। ਕਿਉਂਕਿ ਸਿੱਖ ਦੇ ਕਿਰਦਾਰ ਨੂੰ ਉਸ ਸਮੇਂ ਦੀਆਂ ਜਰਨੈਲਾਂ ਨੇ ਆਪਣੇ ਜੀਵਨ ਦੇ ਵਿੱਚ ਹੰਢਾ ਕੇ ਵਿਖਾਇਆ। ਭੱਖ ਦੇ ਮੱਘ ਦੇ ਜੰਗ ਦੇ ਵਿੱਚ ਵੀ ਦੁਸ਼ਮਣ ਦੀ ਘਰਵਾਲੀ, ਦੁਸ਼ਮਣ ਦੀ ਬੱਚੀ, ਦੁਸ਼ਮਣ ਦੀ ਮਾਂ ਨੂੰ ਕਦੀ ਹੱਥ ਤੱਕ ਨਹੀਂ ਲਾਇਆ, ਸਗੋਂ ਉਹਨਾਂ ਨੂੰ ਪੂਰਨ ਪ੍ਰੋਟੈਕਸ਼ਨ ਦਿੱਤੀ। ਉਸ ਕਿਰਦਾਰ ਨੂੰ, ਉਸ ਬਾਣੀ ਨੂੰ ਦੁਨੀਆ ਸਜਦਾ ਕਰਨ ਲੱਗੀ, ਝੁਕਾਉਣ ਲੱਗੀ ਸਿਰ। ਹੁਣ ਹਕੂਮਤਾਂ ਦੇ ਸੀਨੇ ਦੇ ਉੱਤੇ ਸੱਪ ਰੇਂਗਣ ਲੱਗੇ ਕਿ ਅਸੀਂ ਤੇ ਇਹਨਾਂ ਨੂੰ ਮਿਟਾਉਣਾ ਚਾਹੁੰਦੇ, ਇੱਕ ਕਿਰਦਾਰ ਤੋਂ ਇੰਨੇ ਮਜ਼ਬੂਤ ਨੇ। ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਸਿੱਖ ਦੇ ਕਿਰਦਾਰ ਦੇ ਪਰਥਾਏ ਬਹੁਤ ਕੁਝ ਲਿਖਣ ਦੀ। ਅੱਜ ਤੱਕ ਸੱਚ ਜਾਣਿਓ, ਤੁਹਾਨੂੰ ਇਤਿਹਾਸ ਦੀਆਂ ਪੁਸਤਕਾਂ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਭਾਵੇਂ ਕੋਈ ਦੁਸ਼ਮਣ ਡਿਫਾਈਨ ਕਰੇ, ਉਹ ਵੀ ਇੱਥੇ ਆ ਕੇ ਕਾਜ਼ੀ ਨੂਰ ਮੁਹੰਮਦ ਵਰਗਾ ਵੀ ਲਿਖਦਾ ਹੈ ਕਿ ਮੇਰਾ ਕਈ ਵਾਰੀ ਈਰਖਾ ਵਸ ਹੋ ਕੇ ਜੀ ਕੀਤਾ ਕਿ ਮੈਂ ਇਹਨਾਂ ਸਿੱਖਾਂ ਨੂੰ ਸੱਗ ਕਵਾਂ। ਸੱਗ ਦਾ ਅਰਥ ਹੁੰਦਾ ਕੁੱਤਾ। ਪਰ ਕਹਿੰਦਾ ਜਦੋਂ ਮੈਂ ਇਹਨਾਂ ਦਾ ਕਿਰਦਾਰ ਦੇਖਦਾ, ਜਦੋਂ ਮੈਂ ਇਹਨਾਂ ਦੀ ਪਵਿੱਤਰਤਾ ਦੇਖਦਾ, ਮੇਰਾ ਹੀਆ ਨਹੀਂ ਪੈਂਦਾ ਇਹ ਸ਼ਬਦ ਕਹਿਣ ਦਾ। ਮੇਰੇ ਵਾਸਤੇ ਤੇ ਇਹ ਸ਼ੇਰ ਨਜ਼ਰ ਆਉਂਦੇ ਨੇ। ਕੱਟੜ ਦੁਸ਼ਮਣ ਸੀ ਉਹ ਕਾਜ਼ੀ ਨੂਰ ਮੁਹੰਮਦ। ਪਰ ਅੱਜ ਅਸੀਂ ਆਪਣੇ ਆਪ ਹੀ ਕਹਿੰਦੇ ਪਾਏ ਕੁਹਾੜਾ ਮਾਰਿਆ ਗਾਫੁਲ ਆਪਣੇ ਹੱਥ। ਅਸੀਂ ਅੱਜ ਆਪ ਗਫਲਤ ਦੀ ਨੀਂਦ ਵਿੱਚ ਸੌਂ ਗਏ, ਆਪਣੇ ਗੁਰਪਿਤਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਟੁੱਟ ਗਏ। ਅੱਜ ਬਾਣੇ ਤੇ ਬਾਹਰ ਦੇ ਬੜੇ ਵਧੀਆ ਨੇ, ਪਰ ਅੰਦਰ ਵੀਰ ਮੇਰਿਓ ਬਾਣੀ ਦਾ ਪ੍ਰਗਾਸ ਨਜ਼ਰ ਨਹੀਂ ਆ ਰਿਹਾ। ਇਸੇ ਕਰਕੇ ਜੀਵਨ ਝੂਠਾ ਹੈ, ਜੀਵਨ ਖੁਆਰ ਹੈ, ਜੀਵਨ ਦੇ ਵਿੱਚ ਨਾਸਤਿਕਤਾ ਹੈ, ਜੀਵਨ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਦੁਬਿਧਾਵਾਂ ਨੇ, ਦੁਚਿੱਤੀਆਂ ਨੇ। ਸਿੱਖ ਉੱਪਰ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ। ਅੱਜ ਸਿੱਖ ਤੇ ਸ਼ੱਕ ਦੀ ਨਿਗਾਹ ਸਿੱਖ ਦਾ ਭਰਾ ਕਰ ਰਿਹਾ ਹੈ। ਪਤਾ ਨਹੀਂ ਆ ਮਨੁੱਖ ਕਿਹੋ ਜਿਹਾ ਹੋਊਗਾ, ਪਤਾ ਨਹੀਂ ਇਹਨੇ ਕਿਵੇਂ ਬੋਲ ਲੈਣਾ ਹੈ। ਸੱਚ ਜਾਣਿਓ ਵੀਰ ਮੇਰਿਓ, ਇਹ ਹਾਲਾਤ ਕਿਉਂ ਬਣੇ? ਕਿਉਂਕਿ ਅਸੀਂ ਆਪਣੇ ਮੂਲ ਤੋਂ ਟੁੱਟ ਗਏ। ਅਸੀਂ ਆਪਣੇ ਸਤਿਗੁਰੂ ਗੁਰੂ ਸ਼ਬਦ ਤੋਂ ਟੁੱਟ ਗਏ। ਅਸੀਂ ਆਪਣੀ ਯਤਨ ਹੀ ਨਹੀਂ ਕੀਤਾ, ਆਪਣੀ ਜ਼ਿੰਮੇਵਾਰੀ ਸਮਝੀ ਨਹੀਂ ਕਿ ਅਸੀਂ ਆਪਣੇ ਪਿਤਾ ਦੇ ਕੋਲ ਬਹਿ ਕੇ ਉਹਦੀਆਂ ਗੱਲਾਂ ਹੀ ਕਿਤੇ ਸੁਣ ਲਈਏ। ਅਸੀਂ ਦੁਨਿਆਵੀ ਰੰਗ ਰਲੀਆਂ ਵਿੱਚ ਇਹੋ ਜਿਹੇ ਲਿਪਤ ਹੋਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਅਸੀਂ ਸਿਰਫ ਗੁਰਦੁਆਰਿਆਂ ਵਿੱਚ ਸ਼ਿੰਗਾਰ ਬਣਾ ਕੇ ਰੱਖ ਦਿੱਤਾ। ਪਾਲਕੀਆਂ ਸ਼ਿੰਗਾਰ ਦਿੱਤੀਆਂ ਸੋਨੇ ਦੀਆਂ, ਵਿੱਚ ਸੋਹਣੇ ਰੁਮਾਲੇ ਸ਼ਿੰਗਾਰ ਦਿੱਤੇ, ਤੇ ਸਤਿਗੁਰੂ ਜੀ ਦੀ ਗਿਆਨ ਨੂੰ ਉਹਦੇ ਥੱਲੇ ਢੱਕ ਕੇ ਲੋਕਾਂ ਨੂੰ ਆਖਿਆ ਇੱਥੇ ਮੱਥੇ ਟੇਕੀ ਜਾਓ, ਗੋਲਕਾਂ ਦੇ ਵਿੱਚ ਪੈਸੇ ਪਾਈ ਜਾਓ। ਅਸੀਂ ਤੁਹਾਡੇ ਇਹਨਾਂ ਗੋਲਕਾਂ ਦੇ ਪੈਸੇ ਕਚਹਿਰੀ 'ਚ ਲਾਈ ਜਾਈਏ, ਵਕੀਲਾਂ ਨੂੰ ਦੇਈ ਜਾਈਏ, ਇੱਕ ਦੂਸਰੇ ਦੇ ਉੱਪਰ ਕੇਸ ਪਾਈ ਜਾਈਏ, ਲੜਾਈ ਝਗੜੇ ਕਰੇ ਜਾਈਏ। ਬਸ ਇੱਥੇ ਤੱਕ ਹੀ ਸੀਮਤ ਹੈ ਅੱਜ ਗੁਰੂ ਦਾ ਘਰ। ਗਿਆਨ ਦਾ ਘਰ ਸੀ, ਗੁਰਮਤ ਦਾ ਘਰ ਸੀ। ਅੱਜ ਸੱਚ ਜਾਣਿਓ, ਜਿਤਨੀਆਂ ਲੜਾਈਆਂ ਗੁਰਦੁਆਰੇ ਦੀਆਂ ਚੌਧਰੀਆਂ ਦੀਆਂ ਨੇ ਨਾ, ਉੱਥੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਰੂਪ ਮੌਜੂਦ ਨੇ। ਪਰ ਇਹਨਾਂ ਲੋਕਾਂ ਨੂੰ ਬਿਲਕੁਲ ਹੀ ਆਈ ਨਹੀਂ, ਹਾਏ ਨਹੀਂ ਹੈਗੀ ਮਨ ਵਿੱਚ ਕਿ ਅਸੀਂ ਕੀ ਕਰ ਰਹੇ ਹਾਂ। ਲੱਖਾਂ ਰੁਪਈਆ, ਲੱਖਾਂ ਕਰੋੜਾਂ ਰੁਪਈਆ ਵਕੀਲਾਂ ਦੀਆਂ ਝੋਲੀਆਂ ਭਰ ਭਰ ਕੇ ਜੱਜਾਂ ਨੂੰ ਅਸੀਂ ਮਜ਼ਬੂਤ ਕਰ ਦਿੱਤਾ ਹੈ।
पर असी गुरु के दसे मार्ग ते नहीं तुरे। बड़ा दुख हुंदा है, बड़ी तकलीफ लगती है जदों ऐसे बचन देखीदे ने कि एक सिख अखाउण वाला सिख दा वैरी बन गया है। बड़ी तड़फ हुंदी है, बड़ी हिरदे विच बेचैनी आउंदी है कि असी गुरु घर दा कीर्तन सुनाउण वाले, प्यार करन वाले, साडे च प्यार चाहीदा सी। असी बाणी पढ़दियां साडे अंदरों देखो एक शहद दी मक्खी आ ना, वो शहद बुणदी है, इकट्ठा करदी है शहद नूं, ते उहदा डसना भी डॉक्टर कहंदे खतरनाक नहीं है, क्योंकि उहदे विच भी फायदा ही है जे कोई शहद दी मक्खी भी जे डस जावे ते। पर इस दे उल्ट एक पीला भूंड है जिहदे कोल सिर्फ जहर ही है। साडी जिंदगी ते गुरु दी बाणी ते गुरु शब्द नाल भरी है। गुरु दे सिख दे अंदर, गुरु दी रसना दे अंदर ते गुरु दा प्रेम है। ते जदों सिख दस्तार बन के शीशे दे सामने खड़दा वा ना वीर मेरेओ, जदों अपने प्रकाशे दाड़े नूं सन्मुख हो के वेखदा है, उहदी जिम्मेवारी बहुत वड्डी बन जांदी है, क्योंकि वो एक जिउंदी जागदी आईडी गुरु नानक दी लैके तुर रिहा है। चाहीदा यह है कि उहदे विचों गुरु नानक दे दर्शन हुंदे, पर अज हो नहीं रहे। क्यों? क्योंकि जिहड़ा सतगुरु गुरु अमरदास साहिब जी महाराज कहिंदे आ ना, कहंदे मैनू इन्हां विच नज़र ही नहीं आ रही वो सच, मैनू इन्हां विच वो पवित्रता नज़र ही नहीं आ रही। अज सतगुरु गुरुदेव जी महाराज जी ने शब्द विच यही गल समझाई है बहुत औखा है। अज असीं सुचेत होइए, समझदार होण दा। तो सतगुरु कह रहा है, भाई रे गुरमुख हर नाम ते आए, हे मेरे वीर गुरु दे द्वारा दसे होए रस्ते ते तुर, गुरु जी दे दसे होए मार्ग ते अपना जीवन तोर। क्योंकि गुरु जी दे हुक्म ते तुरिया, गुरु जी दे रस्ते ते तुरिया ही परमात्मा दी समझ आ सकती है। एक अकाल पुरख वाहिगुरु दी बात तेरे पल्ले पै सकती है। नाम निधान सद मन वसै, महली पावै थां। नाम निधान अमोलक वाहिगुरु दे शुभ गुणा रूपी खजाना। जदों भी गुरबाणी विच खजाने की गल आवेगी, ट्रेजर की गल आवेगी, वो परमात्मा दे शुभ गुण, उहदा हुक्म। निधान का अर्थ है खजाना, ट्रेजर। कहंदे वाहिगुरु जी का जिहड़ा हुक्म है ना, जिहड़े उहदे शुभ गुण ने, वो बहुत महंगा खजाना है। सद मन वसे, सदा मन, हुण नन्ने नूं इत्थे सिहारी है, भाव मन दे विच सदा ही तेरे मन दे विच वसदा रवे। फिर की होवेगा? महली पावे थां। फिर तू सच्चे निरंकार दे सोहणे महल विच थां पा सकेगा। हुण परमात्मा दा महल किहड़ा है? एक महल आ हिरदा घर, जिहदे विच रब सदीवी वसिया है, इस शरीर रूपी घर। एक महल आ परमात्मा दा ये सारा संसार। जिन्हों अपने विच वसदा परमात्मा नज़र आउण लग पवेगा, उस संसार दे विच भी बलिहारी कुदरत वसिया, तिरंत ना जाई लखिया वाली रस्ता ते तुर पवेगा। उसनूं कुदरत दे विच कादर नज़र आउण लग पवेगा, उहदियां निगाहां दे विच सच टिक जावेगा। भाई रे गुरमुख हर नाम ते आए, हे मेरे वीर गुरु दे दसे रस्ते ते चल के, गुरु दे दसे मार्ग ते चल के तू परमात्मा वाहिगुरु नूं जान सकदा है। नाम निधान उहदे शुभ गुणा रूपी खजाना सद मन वसै, सदा तेरे मन दे विच वसिया रह सकदा है। महली पावे थां, ते तू परमात्मा दा सच्चा जिहड़ा घर आ, उहदे विच सदीवी टिकाणा, सदीवी थां तैनूं मिल सकदा है। राहाओ, ये राहाओ दीआं पंक्तियां ने। हुण पहला बंद है पावन शब्द दा। सतगुरु गुरु अमरदास साहिब जी किरपा कर रहे। सच्चा साहिब सेवीऐ सच वडियाई दे, सच्चा साहिब सेवीऐ, ऐड़े नूं दलाइयां ने, सेवीऐ सच वडियाई दे। सच्चा दा अर्थ है सदा थिर रहन वाला, जो कदी नहीं मिटन वाला। वो कौन है? वो केवल तां केवल एक परमात्मा है। सेवीऐ, सेवा करनी चाहिदी है। किहड़ी सेवा है? परमात्मा दी। उहदी सेवा है उहदे गुणां नूं अपने जीवन विच वसाउणा। वो दयालु है, कृपालु है, रहमतां करन वाला है, मानवता दी बांह फड़न वाला है, सचियार है। उहदे ऐसे शुभ गुण
ਮੇਰੇ ਜੀਵਨ ਦੇ ਵਿੱਚ ਵੀ ਘਰ ਘਰ ਜਾਣੇ ਚਾਹੀਦੇ ਹਨ। ਸੱਚਾ ਸਾਹਿਬ ਸੇਵੀ ਹੈ, ਸਦਾ ਅਟਲ ਰਹਿਣ ਵਾਲੇ ਸੱਚੇ ਪ੍ਰਮਾਤਮਾ ਦੀ ਸੇਵਾ ਕਰ, ਉਹਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾ, ਸੱਚ ਵਡਿਆਈ ਦੇ। ਜਦੋਂ ਤੂੰ ਸੱਚ ਦੇ ਰਸਤੇ ਤੇ ਤੁਰੇਂਗਾ ਤੇ ਕੀ ਹੋਵੇਗਾ, ਤੈਨੂੰ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਸਾਰਾ ਸੰਸਾਰ ਤੈਨੂੰ ਇੱਜ਼ਤ ਦੇਵੇਗਾ, ਸਤਿਕਾਰ ਦੇਵੇਗਾ। ਦੇਖੋ ਕਿੰਨੇ ਪਿਆਰੇ ਬਚਨ ਨੇ। ਇੱਕੋ ਇੱਕ ਦੁਨੀਆ ਦੇ ਵਿੱਚ ਨਾ ਪ੍ਰਮਾਤਮਾ ਦੇ ਹੁਕਮ ਤੇ ਤੁਰਨਾ ਹੀ ਸਭ ਤੋਂ ਵੱਡੀ ਇੱਜ਼ਤ ਹੈ। ਪਰ ਅਸੀਂ ਪਤਾ ਇੱਜ਼ਤ ਕੀ ਭਾਲਦੇ ਹਾਂ? ਸ਼ਾਇਦ ਮੇਰਾ ਧਨ ਬੜਾ ਮੇਰੇ ਕੋ, ਕਾਰੋਬਾਰ ਮੇਰਾ ਬੜਾ ਵੱਡਾ ਹੈ, ਲੋਕੀ ਮੇਰੀ ਇੱਜ਼ਤ ਕਰਦੇ ਨੇ। ਕੋਈ ਇੱਜ਼ਤ ਨਹੀਂ ਕਰਦਾ। ਲੋਕੀ ਕੇਵਲ ਚਾਪਲੂਸੀ ਕਰਦੇ। ਜਿਹਨੂੰ ਤੁਸੀਂ ਇੱਜ਼ਤ ਦਾ ਰੂਪ ਦਿੰਦੇ ਨਾ, ਉਹ ਤੁਹਾਡੀ ਚਾਪਲੂਸੀ ਕਰਦੇ ਨੇ ਕਿ ਇਹ ਮਨੁੱਖ ਸਾਡੇ ਸਵਾਰਥ ਦਾ ਹੈ, ਸਾਨੂੰ ਕੁਝ ਨਾ ਕੁਝ ਦਊਗਾ। ਤੁਹਾਡੇ ਨਾਲ ਸੱਚਾ ਪਿਆਰ ਨਹੀਂ ਕਿਸੇ ਦਾ, ਭਾਵੇਂ ਪਰਿਵਾਰ ਆ ਭਾਵੇਂ ਕੋਈ ਹੈ। ਇਹ ਸਿਰਫ ਤੇ ਸਿਰਫ ਤੁਹਾਡੇ ਮਾਇਕ ਪਦਾਰਥਾਂ ਕਰਕੇ ਤੁਹਾਡਾ ਸਤਿਕਾਰ ਹੈ। ਤੁਸੀਂ ਨਿਰਧਨ ਹੋਵੋ, ਤੁਹਾਨੂੰ ਕਿਸੇ ਨੇ ਚੱਜ ਨਾਲ ਬੁਲਾਉਣਾ ਤੱਕ ਨਹੀਂ। ਆ ਮੇਰੇ ਵਰਗੇ ਪ੍ਰਚਾਰਕਾਂ ਦਾ ਜੀਵਨ ਪਤਾ ਕਿਹੋ ਜਿਹਾ ਹੈ? ਮਾਫ ਕਰ ਦਿਓ, ਮੈਂ ਮੁਬਾਰਕ ਆ ਉਹ ਪ੍ਰਚਾਰਕ ਜਿਹੜੇ ਸੱਚ ਦੇ ਰਸਤੇ ਤੇ ਤੁਰ ਰਹੇ ਨੇ, ਜਿਹੜੇ ਲੋਕਾਂ ਨੂੰ ਗੁਰੂ ਦੀ ਮੱਤ, ਗੁਰੂ ਸ਼ਬਦ ਨਾਲ ਜੋੜ ਰਹੇ ਨੇ। ਪਰ ਸਾਡੇ ਵਿੱਚ ਮੇਰੇ ਵਰਗੇ ਵੀ ਈਰਖਾਲੂ, ਮੇਰੇ ਵਰਗੇ ਸਵਾਰਥੀ ਵੀ ਪਏ ਨੇ। ਮੈਨੂੰ ਕੋਈ ਵੀਰ ਆ ਕੇ ਕਹਿੰਦਾ ਨਾ, ਗਿਆਨੀ ਜੀ ਆਓ ਅੱਜ ਮੇਰੇ ਘਰ ਜਾ ਕੇ, ਪਰ ਆਓ ਆਪਾਂ ਚੱਲੀਏ ਘਰ ਬਹਿ ਕੇ, ਨਾਲੇ ਵਿਚਾਰ ਕਰਾਂਗੇ, ਪ੍ਰਸ਼ਾਦਾ ਛਕਾਂਗੇ। ਹੁਣ ਮੇਰੀ ਸੋਚ ਇਹ ਹੈ ਕਿ ਸਭ ਤੋਂ ਪਹਿਲਾਂ ਮੈਂ ਅੰਦਾਜ਼ਾ ਲਾਵਾਂ ਕਿ ਇਸ ਮਨੁੱਖ ਦੇ ਕੋਲ ਗੱਡੀ ਕਿਹੜੀ ਹੈ, ਘਰ ਕਿਹੜਾ ਹੈ, ਮੈਂ ਤਾਂ ਉਸ ਤਰੀਕੇ ਨਾਲ ਤੁਰਾਂਗਾ। ਹੁਣ ਜੇ ਤੇ ਮੈਨੂੰ ਨਜ਼ਰ ਆਇਆ ਵੀ ਬਹੁਤ ਅਮੀਰ ਬੰਦਾ ਹੈ, ਭਾਵੇਂ ਉਹ 2 ਨੰਬਰ ਦੀ ਕਮਾਈ ਕਰਦਾ ਹੋਵੇ, ਬੇਈਮਾਨੀ ਦੀ ਕਮਾਈ ਕਰਦਾ ਹੋਵੇ, ਮੈਂ ਤੁਰੰਤ ਉਹਦੇ ਨਾਲ ਜਾ ਕੇ ਉਹਨੂੰ ਮੈਂ ਇਹੋ ਜਿਹਾ ਬਟਰਿੰਗ ਕਰੂੰਗਾ ਵੀ ਇਹ ਮੈਨੂੰ ਨਜ਼ਰ ਆਵੇ, ਮੈਨੂੰ ਕੁਝ ਨਾ ਕੁਝ ਦੇ ਕੇ ਤੋਰੇ। ਹੁਣ ਜੇ ਤੇ ਉਹਨੇ ਮੈਨੂੰ ਕੁਝ ਦੇ ਦਿੱਤਾ ਤੇ ਮੇਰੇ ਵਾਸਤੇ ਜਿੱਦਣ ਉਹ ਆਊਗਾ ਸਭ ਤੋਂ ਪਹਿਲਾਂ ਮੈਂ ਉਹਦੀ ਸੇਵਾ 'ਚ ਲੱਗੂੰਗਾ। ਭਾਈ ਇਹ ਬੰਦਾ ਆਇਆ, ਮੈਨੂੰ ਕੁਝ ਨਾ ਕੁਝ ਦੇ ਕੇ ਜਾਊਗਾ। ਪਰ ਕੋਈ ਗਰੀਬ ਆ ਜੇ ਆ ਕੇ, ਭਾਈ ਸਾਹਿਬ, ਮੈਂ ਕਈ ਵਾਰੀ ਦੇਖਦਾ ਜਿਹੜਾ ਮਨੁੱਖ 10 ਦੀ ਕਿਰਤ ਕਮਾਈ ਕਰਨ, ਮਿਹਨਤ ਕਰਨ ਵਾਲਾ ਨਾ, ਉਹ ਪ੍ਰਚਾਰਕ ਦੇ ਕੋਲੋਂ ਡਰਦਾ ਹੀ ਰਹਿੰਦਾ, ਪਤਾ ਨਹੀਂ ਇਹਨੇ ਮੈਨੂੰ ਜਵਾਬ ਹੀ ਦੇ ਦੇਣਾ। ਤੇ ਜੇ ਕਿਤੇ ਉਹ ਪਿਆਰ ਨਾਲ ਲੈ ਜਾਵੇ ਤੇ ਉਹਨੇ ਮੈਨੂੰ ਕੁਝ ਨਹੀਂ ਨਾ ਦਿੱਤਾ, ਤੇ ਮੈਂ ਘਰ ਆ ਕੇ ਇਹੀ ਕਹਿਣਾ ਕੀ ਫਾਇਦਾ ਹੋਇਆ ਜਾਣ ਦਾ। ਕਿਉਂਕਿ ਗਿਣਤੀਆਂ ਹੀ ਇੱਥੇ ਖਲੋਤੀਆਂ ਨੇ। ਸਾਡੀਆਂ ਗਿਣਤੀਆਂ ਜਿਹੜੀਆਂ ਖਲੋਤੀਆਂ ਨੇ ਉਹ ਇੱਥੇ ਖਲੋਤੀਆਂ ਨੇ ਕਿ ਅਗਲੇ ਮਨੁੱਖ ਦੀ ਜੇਬ ਕਿਹੋ ਜਿਹੀ ਹੈ। ਇਹੀ ਚੀਜ਼ ਕਰਕੇ ਅਸੀਂ ਸੋਚਦੇ ਹਾਂ, ਸ਼ਾਇਦ ਦੂਸਰਾ ਵੀ ਇਹ ਸੋਚਦਾ ਮੈਨੂੰ ਇੱਜ਼ਤ ਦੇ ਰਿਹਾ। ਨਹੀਂ, ਅਸਲੀ ਇੱਜ਼ਤ ਹੈ ਜਿਹਦੇ ਕੋਲ ਪ੍ਰਮਾਤਮਾ ਦਾ ਪ੍ਰੇਮ ਹੈ। ਇਸੇ ਕਰਕੇ ਅੱਜ ਸੱਚ ਜਾਣਿਓ, ਕੱਚੇ ਗੁਰੂ ਕੋਲ ਬਵਾਂਗੇ ਨਾ, ਦੇਹਧਾਰੀ ਗੁਰੂ ਕੋਲ ਬਹਿ ਕੇ ਕਦੀ ਇੱਜ਼ਤ ਨਹੀਂ ਮਿਲਣੀ। ਮੇਰੀ ਧੀ, ਮੇਰੀ ਭੈਣ, ਮੇਰੇ ਭਰਾ ਨੂੰ ਕਦੀ ਇੱਜ਼ਤ ਨਹੀਂ ਮਿਲਣੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਿਤੇ ਬਹਿ ਕੇ ਵੇਖੋ, ਲੋਕੀ ਤੁਹਾਡੀ ਇੰਨੀ ਰਿਸਪੈਕਟ ਕਰਨਗੇ, ਇੰਨੀ ਇੱਜ਼ਤ ਕਰਨਗੇ, ਇੰਨੀਆਂ ਤੁਹਾਡੇ ਪ੍ਰਤੀ ਉਹਨਾਂ ਦੀਆਂ ਵੇਖਣ ਦੀਆਂ ਨਿਗਾਹਾਂ ਦੇ ਵਿੱਚ ਪ੍ਰੇਮ ਹੋਵੇਗਾ। ਮੇਰੀ ਕੋਈ ਭੈਣ ਧੰਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਰੋਜ਼ 10 ਮਿੰਟ ਵੀ ਬਾਣੀ ਪੜ੍ਹੇ ਨਾ, ਲੋਕੀ ਸੱਚ ਜਾਣਿਓ ਜਦੋਂ ਉਹਨੂੰ ਬੈਠਿਆਂ ਦੇਖਣਗੇ ਨਾ, ਹਰ ਬੰਦਾ ਬੜੀ ਰਿਸਪੈਕਟ ਦੀ ਨਿਗਾਹ ਨਾਲ ਵੇਖੇਗਾ। ਇਹ ਹੈ ਸੱਚੀ ਇੱਜ਼ਤ। ਗੁਰੂ ਦੇ ਕੋਲ ਬਿਆਂ ਇੱਜ਼ਤ ਹੀ ਮਿਲਣੀ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਕੋਲ ਬਿਆਂ ਸਨਮਾਨ ਤੇ ਸਤਿਕਾਰ ਮਿਲਣਾ ਹੈ। ਇਸੇ ਕਰਕੇ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ, ਸੱਚਾ ਸਾਹਿਬ ਸੇਵੀ ਹੈ, ਸੱਚ ਵਡਿਆਈ ਦੇ। ਸਾਹਿਬ ਦਾ ਅਰਥ ਹੈ ਮਾਲਕ। ਸਦਾ ਅਟਲ ਰਹਿਣ ਵਾਲੇ ਸੱਚੇ ਪ੍ਰਮਾਤਮਾ ਦੀ ਚਾਪਲੂਸੀ ਕਰ, ਉਹਦੀ ਸੇਵਾ ਕਰ, ਉਹਦੇ ਚਰਨਾਂ ਵਿੱਚ ਜੁੜ, ਬਜਾਤੇ ਖੁਦ ਕਿਸੇ ਮਨੁੱਖ ਦੇ ਪੈਰਾਂ ਵਿੱਚ ਪੈਣ ਦੇ। ਮਨੁੱਖ ਦੇ ਪੈਰਾਂ ਵਿੱਚ ਪਵੇਂਗਾ, ਸਾਰੀ ਉਮਰ ਮੰਗਤਾ ਭਿਖਾਰੀ ਰਵੇਂਗਾ, ਪਰ ਗੁਰੂ ਦੇ ਚਰਨਾਂ ਵਿੱਚ ਪਵੇਂਗਾ, ਦਾਤਾ ਬਣ ਜਾਵੇਂਗਾ। ਸੱਚਾ ਸਾਹਿਬ ਸੇਵੀ ਹੈ, ਸੱਚ ਵਡਿਆਈ ਦੇ। ਉਹ ਸੱਚਾ ਪ੍ਰਮਾਤਮਾ ਰੱਖਦਾ ਨਹੀਂ ਕੁਝ ਵੀ। ਦੇਖੋ ਕੈਸਾ ਪਿਆਰਾ ਹੈ ਨਾ। ਜੇ ਅਸੀਂ ਇੱਕ ਕਦਮ ਉਹਦੇ ਵੱਲ ਪ੍ਰੇਮ ਦਾ ਵਧਾਉਂਦੇ ਹਾਂ ਨਾ, ਉਹ ਕਰੋੜਾਂ ਪੈਂਡੇ ਅੱਗੇ ਹੋ ਕੇ ਸਾਨੂੰ ਕਲਾਵੇ ਵਿੱਚ ਲੈਂਦਾ ਹੈ। ਉਹ ਰੱਖਦਾ ਨਹੀਂ ਕੁਝ ਵੀ। ਅਸੀਂ ਉਹਦੇ ਵਾਸਤੇ ਮਾਨਵਤਾ ਦੇ ਪ੍ਰੇਮ ਵਿੱਚ ਕੁਝ ਵੀ ਕਰਦੇ ਹਾਂ ਨਾ, ਉਹ ਡਬਲ ਜਿਹੜਾ ਸਾਨੂੰ ਮੋੜਦਾ ਹੈ, ਕਿਉਂਕਿ ਉਹਦਾ ਪ੍ਰੇਮ ਹੈ। ਸੱਚਾ ਸਾਹਿਬ ਸੇਵੀ ਹੈ, ਸੱਚ ਵਡਿਆਈ ਦੇ। ਉਹਦੀਆਂ ਵਡਿਆਈਆਂ, ਉਹਦਾ ਪ੍ਰੇਮ, ਉਹਦੀ ਸਿਫਤ ਸਲਾਹ, ਇੱਜ਼ਤ ਮਾਣ ਸਨਮਾਨ ਤੇ ਸਤਿਕਾਰ ਦੇਣ ਵਾਲੀ ਹੈ। ਗੁਰ ਪ੍ਰਸਾਦੀ ਮਨ ਵਸੈ, ਹਉਮੈ ਦੂਰ ਕਰੇ। ਗੁਰ ਪ੍ਰਸਾਦੀ, ਗੁਰ ਪ੍ਰਸਾਦੀ ਦਾ ਅਰਥ ਹੈ ਗੁਰੂ ਜੀ ਦੀ ਕਿਰਪਾ ਦੇ ਨਾਲ
ਮਨ ਵਸੈ। ਫਿਰ ਨੰਨੇ ਨੂੰ ਸਿਹਾਰੀ ਹੈ, ਮਨ ਦੇ ਵਿੱਚ ਵਸਦਾ ਹੈ। ਹੁਣ ਸਾਹਿਬ ਕਹਿੰਦੇ, ਦੇਖੋ ਬਚਨ ਕਿੰਨੇ, ਕਿਉਂ ਮੈਂ ਬਾਰ ਬਾਰ ਆਪ ਬੜਾ ਵਿਸਮਾਦ ਹੋ ਜਾਂਦਾ ਜਦੋਂ ਸ਼ਬਦ ਦੀ ਵਿਚਾਰ ਕਰਦਾ ਨਾ। ਜਿਤਨਾ ਨਾ ਤੁਸੀਂ ਰਸ ਪੀ ਰਹੇ ਹੋ ਇਵੇਂ ਫੀਲ ਹੁੰਦਾ ਹੈ। ਉਹ ਰਸ ਜਦੋਂ ਅੰਦਰ ਜਾਂਦਾ ਹੈ ਤੇ ਅੰਦਰ ਦਾ ਮਨ ਖਿੜ ਜਾਂਦਾ ਹੈ। ਜਿਵੇਂ ਬੂਟੇ ਨੂੰ ਪਾਣੀ ਪਵੇ ਨਾ ਤੇ ਬੂਟਾ ਖਿੜ ਜਾਂਦਾ ਹੈ, ਇਵੇਂ ਹੀ ਜਦੋਂ ਹਿਰਦੇ ਨੂੰ ਗੁਰਮਤਿ ਤੇ ਗੁਰੂ ਸ਼ਬਦ ਦਾ ਰਸ ਜਾਂਦਾ ਨਾ, ਹਿਰਦਾ ਕਮਲ ਦੇ ਫੁੱਲ ਵਾਂਗੂ ਖਿੜਨ ਲੱਗ ਪੈਂਦਾ ਹੈ। ਫਿਰ ਜੀ ਕਰਦਾ ਹੈ ਵੀ ਜਿਹੜੀ ਚੀਜ਼ ਮੈਂ ਫੀਲ ਕਰ ਰਿਹਾ ਤੁਹਾਡੇ ਨਾਲ ਸ਼ੇਅਰ ਕਰਾਂ। ਗੁਰੂ ਪ੍ਰਸਾਦੀ ਮਨ ਵਸੈ। ਗੁਰੂ ਜੀ ਦੀ ਕਿਰਪਾ, ਗੁਰੂ ਦੇ ਗਿਆਨ ਦੇ ਨਾਲ ਉਹ ਸੱਚਾ ਪਰਮਾਤਮਾ ਦਾ ਪ੍ਰੇਮ ਜਦੋਂ ਮਨ ਵਿੱਚ ਵਸ ਜਾਂਦਾ ਹੈ, ਫਿਰ ਕੀ ਹੁੰਦਾ ਹੈ? ਹਉਮੈ ਦੂਰ ਕਰੇ। ਫਿਰ ਗੁਰੂ ਜੀ ਇੰਨੀ ਕਿਰਪਾ ਕਰ ਦਿੰਦੇ ਨੇ, ਫਿਰ ਇਸ ਜੀਵਨ ਚੋਂ ਹਉਮੈ ਦੂਰ ਹੋ ਜਾਂਦੀ ਹੈ। ਫਿਰ ਮੈਂ ਕਹਿਣ ਵਾਲੀ ਬਿਰਤੀ ਖਤਮ ਹੋ ਜਾਂਦੀ ਹੈ। ਫਿਰ ਤੇ ਬਸ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਪੇਖੋਂ ਤਤ ਤੂੰ। ਫਿਰ ਜਦੋਂ ਵੀ ਕੋਈ ਪੁੱਛਦਾ ਹੈ, ਬਸ ਤੂੰ ਹੀ ਹੈ, ਤੇਰਾ ਹੀ ਹੈ, ਤੇਰਾ ਹੀ ਹੈ, ਮੇਰਾ ਹੈ ਹੀ ਕੁਝ ਨਹੀਂ। ਇਹ ਭਾਵਨਾ ਬਹੁਤ ਔਖੀ ਬਣਦੀ ਹੈ, ਕਿਉਂਕਿ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਪ੍ਰਗਟਾਉਣ ਦੀ ਆਦਤ ਹੈ। ਪ੍ਰਗਟਾਉਣ ਦੀ, ਕਦੀ ਖਿਆਲ ਕਰਨਾ, ਤੁਸੀਂ ਗੁਰਦੁਆਰੇ ਗਏ ਹੋ, ਤੁਸੀਂ ਦੇਖ ਰਹੇ ਇੱਕ ਬੰਦਾ ਸੇਵਾ ਕਰ ਰਿਹਾ। ਹੁਣ ਜੇ ਤੇ ਉਹ ਗੁਰੂ ਦੇ ਪ੍ਰੇਮ ਦੇ ਵਿੱਚ ਕਰ ਰਿਹਾ, ਉਹਨੂੰ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਨਾਲ, ਤੁਸੀਂ ਕੀ ਆਏ ਆ, ਕਦੋਂ ਚਲੇ ਗਏ ਆ। ਪਰ ਜੇ ਉਹ ਵਿਖਾਵੇ ਦੀ ਕਰ ਰਿਹਾ, ਉਹਨੇ ਚੇਚਾ ਕੇ ਤੁਹਾਡੇ ਕੋਲ ਬਹਿ ਕੇ ਕਹਿਣਾ, ਮੈਂ ਤੇ ਰੋਜ਼ ਹੀ ਇੱਥੇ ਜੋੜੇ ਝਾੜਦਾ, ਰੋਜ਼ ਇੱਥੇ ਥਾਲੀਆਂ ਮਾਂਜਦਾ, ਰੋਜ਼ ਆਹ ਕਰਦਾ, ਤਾਂ ਕਿ ਲੋਕੀ ਮੈਨੂੰ ਜਿਹੜਾ ਹੈ ਉਹ ਪਹਿਚਾਣ ਲੈਣ ਕਿ ਮੈਂ ਕੌਣ ਆ, ਤੇ ਮੇਰੀਆਂ ਗੱਲਾਂ ਆਲੇ ਦੁਆਲੇ ਜਾ ਕੇ ਕਰਨ ਵੀ ਅੱਜ ਮੈਂ ਗੁਰਦੁਆਰੇ ਗਿਆ ਸੀ, ਬੜਾ ਵੱਡਾ ਸੇਵਾਦਾਰ ਮਿਲਿਆ ਉੱਥੇ ਮੈਨੂੰ। ਹੁਣ ਸਾਡੀ ਐਨਰਜੀ ਸਾਰੀ ਇੱਥੇ ਲੱਗੀ ਹੈ। ਹੁਣ ਇਹ ਐਨਰਜੀ ਦੀ ਕੀ ਹੈ ਤੁਲਨਾ? ਮੈਂ ਦੀ, ਹਉਮੈ ਦੀ। ਤੇ ਜਿੱਥੇ ਹਾਂ ਮੈਂ ਘਰ ਘਰ ਗਈ ਨਾ, ਸਮਝ ਲਓ ਇਹ ਕੈਂਸਰ ਤੋਂ ਵੀ ਭੈੜਾ ਰੋਗ ਹੈ। ਈਗੋ ਇੱਕ ਐਸਾ ਰੋਗ ਹੈ ਜਿਹਦਾ ਲਾ ਇਲਾਜ ਹੈ। ਸਾਹਿਬ ਕਹਿੰਦੇ ਹਉਮੈ ਦੀਰਘ ਰੋਗ ਹੈ। ਇੱਕ ਐਸਾ ਰੋਗ ਹੈ ਜਿਹੜਾ ਇਲਾਜ ਨਹੀਂ ਹੁੰਦਾ। ਮਨੁੱਖ ਚੰਗਾ ਕੰਮ ਕਰਦਾ ਕਰਦਾ ਵੀ ਇਹਦੇ ਵਿੱਚ ਗਰਸਿਆ ਜਾਂਦਾ ਹੈ, ਇਹਦੇ ਹੰਕਾਰ ਦੇ ਵਿੱਚ ਡੁੱਬ ਜਾਂਦਾ ਹੈ। ਇਹ ਐਸਾ ਹੈ, ਜਦੋਂ ਗੁਣ ਆਉਂਦੇ ਨੇ ਮਨੁੱਖ ਦੇ ਨਾਲ ਹਉਮੈ ਆ ਜਾਂਦੀ ਹੈ, ਇਹ ਗੁਣਾਂ ਦਾ ਹੰਕਾਰ ਕਰਨ ਲੱਗ ਪੈਂਦਾ ਹੈ। ਪਰ ਇੱਕ ਪ੍ਰਕਿਰਤੀ ਦੀ ਬੜੇ ਵਿੱਚ ਬੜਾ ਗੁਣ ਆ। ਪ੍ਰਕਿਰਤੀ ਵਿੱਚ ਜਦੋਂ ਜਦੋਂ ਗੁਣ ਆਉਂਦਾ ਨਾ, ਉਹ ਨੀਵਾਂ ਹੋ ਜਾਂਦਾ ਹੈ। ਅੰਬਾਂ ਨੂੰ ਬੂਰ ਲੱਗਦਾ, ਫਲ ਲੱਗਦਾ, ਅੰਬ ਨੀਵਾਂ ਹੋ ਜਾਂਦਾ ਹੈ। ਵਾਹਿਦ ਇੱਕ ਮਨੁੱਖ ਇੱਕ ਐਸਾ ਪ੍ਰਾਣੀ ਹੈ ਜਿਹਦੇ ਵਿੱਚ ਜਿਵੇਂ ਜਿਵੇਂ ਗੁਣ ਆਉਂਦੇ ਨੇ, ਇਹ ਹੰਕਾਰੀ, ਲੋਭੀ, ਲਾਲਚੀ ਤੇ ਹਉਮੈ ਦਾ ਮਾਰਿਆ ਬਣ ਜਾਂਦਾ ਹੈ। ਤੋ ਸਾਹਿਬ ਕਹਿੰਦੇ ਗੁਰੂ ਹੀ ਰਹਿਮਤ ਕਰਦਾ ਹੈ। ਉਹਦੇ ਗਿਆਨ, ਗੁਰੂ ਪ੍ਰਸਾਦੀ ਦਾ ਅਰਥ ਹੈ ਉਹਦੇ ਗਿਆਨ ਵਿੱਚ ਤੁਰਿਆ, ਉਹਦੀ ਸਮਝ ਵਿੱਚ ਤੁਰਿਆ, ਗੁਰੂ ਸ਼ਬਦ ਦੀ ਵਿਚਾਰ ਕੀਤਿਆਂ, ਹੌਲੀ ਹੌਲੀ ਪ੍ਰਮਾਤਮਾ ਦਾ ਗਿਆਨ ਮਨ ਵਿੱਚ ਵਸਦਾ ਗਿਆ। ਹੁਣ ਸਮਝ ਆ ਗਈ। ਫਿਰ ਜਿਵੇਂ ਸੈਂਸਰ ਜਿਹੜੇ ਨੇ ਉਹ ਐਕਟਿਵ ਹੋ ਜਾਂਦੇ ਨਾ, ਜਦੋਂ ਆਪਾਂ ਕਿਤੇ ਗੱਡੀ ਚਲਾ ਰਹੇ ਹਾਂ, ਸਾਹਮਣੇੋਂ ਕੋਈ ਚੀਜ਼ ਆ ਰਹੀ ਹੈ, ਸੈਂਸਰ ਐਕਟਿਵ ਹੋ ਜਾਂਦੇ ਨੇ। ਇਵੇਂ ਹੀ ਫਿਰ ਗੁਰਸਿੱਖ ਦੇ ਅੰਦਰ ਗੁਰੂ ਸ਼ਬਦ ਦਾ ਪ੍ਰੇਮ ਜਿਹੜਾ ਉਹਨੇ ਇਕੱਠਾ ਕੀਤਾ ਨਾ, ਕਿਤੇ ਅਣਚਾਹੇ ਤਰੀਕੇ ਨਾਲ ਉਹਦੇ ਵਿੱਚ ਮੈਂ ਆਉਣ ਵੀ ਲੱਗੇ ਨਾ, ਤੇ ਇਹ ਸੈਂਸਰ ਐਕਟਿਵ ਹੋ ਜਾਂਦੇ ਨੇ। ਤੁਰੰਤ ਗੁਰਸਿੱਖ ਨੂੰ ਸੁਚੇਤ ਕਰ ਦਿੰਦੇ, ਨਾ ਇਹ ਗੰਦਗੀ ਮੇਰੇ ਵੱਲ ਨਾ ਆਉਣ ਦਵੀਂ, ਬੜੀ ਮਿਹਨਤ ਨਾਲ ਅੰਦਰੋਂ ਧੋਤਾ ਵਾ, ਚੱਕ ਕੇ ਨੂੰ ਬਾਹਰ ਸੁੱਟ, ਮੈਂ ਨਾ ਮੂੰਹ ਚੋਂ ਕਵੀਂ, ਇਹੀ ਆਖੀ ਰੱਬ ਨੇ ਦਿੱਤਾ ਹੈ, ਤੂੰ ਨਿਰੰਕਾਰ ਦੀ ਕਿਰਪਾ ਬਣੀ ਹੈ, ਮੇਰਾ ਕੁਝ ਨਹੀਂ। ਇਹ ਮਨ ਧਾਵਤ ਤਾਂ ਰਹਿ, ਜਾਂ ਆਪੇ ਨਦਰ ਕਰੇ। ਇਹ ਮਨ, ਇਹ ਥੱਲੇ ਵੀ ਔਂਕੜਿਆ, ਨੰਨੇ ਮਨ ਥੱਲੇ ਵੀ ਔਂਕੜਿਆ। ਹੁਣ ਗੱਲ ਕੀ ਕਰ ਰਹੇ ਨੇ ਮਨੁੱਖ ਦੀ? ਇਹ ਮਨ, ਇਹ ਜਿਹੜਾ ਮਨ ਆ, ਧਾਵਤ, ਧਾਵਤ ਦਾ ਅਰਥ ਹੈ ਦੌੜਦਾ ਹੋਇਆ, ਜਿਹਦਾ ਕੰਮ ਆ ਦੌੜਨਾ। ਇੱਕ ਜਗ੍ਹਾ ਤੋਂ ਪੰਛੀਆਂ ਦੀ ਡਾਰੀ ਵਾਂਗੂ ਇਹ ਮਨ ਦੌੜਦਾ। ਤਾਂ ਰਹੇ, ਕਹਿੰਦੇ ਇਹ ਮਨ ਟਿਕ ਤਾਂ ਸਕਦਾ, ਇਹ ਮਨ ਧਾਵਤ ਤਾਂ ਰਹੇ, ਇਹ ਦੌੜਦਾ ਹੋਇਆ ਮਨ ਤਾਂ ਰੁਕ ਸਕਦਾ ਹੈ ਜਾਂ ਆਪੇ ਨਦਰ ਕਰੇ। ਜੇ ਉਹ ਪ੍ਰਮਾਤਮਾ ਦੇ ਕੋਲ ਜਾ ਕੇ ਤੂੰ ਅਰਦਾਸ ਕਰੇ ਤੇ ਉਹ ਤੇਰੀ ਅਰਦਾਸ ਸੁਣ ਲਵੇ ਤੇ ਤੇਰੇ ਤੇ ਕਿਰਪਾ ਆਪਣੀ ਨਜ਼ਰ ਤੇ ਪ੍ਰੇਮ ਦੀ ਕਰ ਦੇਵੇ, ਤੇ ਤੇਰਾ ਮਨ ਵਸ ਵਿੱਚ ਆ ਸਕਦਾ ਹੈ। ਦਾਰੂ ਦੇਤਾ ਗੁਰੂ ਸਾਹਿਬ ਨੇ। ਗੁਰੂ ਜੀ ਦੇ ਅੱਗੇ ਅਰਦਾਸ ਕਰ, ਬੇਨਤੀਆਂ ਕਰ, ਉਹਦੇ ਕੋਲ ਜਾ ਕੇ ਗੁਰੂ ਸ਼ਬਦ ਨਾਲ ਜੁੜ, ਪ੍ਰੇਮ ਦੇ ਵਿੱਚ ਆ ਕੇ, ਬੈਰਾਗ ਚ ਆ ਕੇ ਤਰਲਾ ਕਰ, ਹੇ ਮੇਰੇ ਪ੍ਰਮਾਤਮਾ ਗੁਰੂ ਜੀ ਕਿਰਪਾ ਕਰੋ, ਮੇਰੀ ਝੋਲੀ ਵਿੱਚ ਆਹ ਗੁਣ ਪਾ ਦਿਓ
कि मेरा मन तुहाडे रंग विच रंग जावे, मेरा मन तुहाडे चरनां विच टिक जावे। ये दौड़दा होया मैनूं बहुत परेशान करदा है, बड़ा चंचल है, ये वस विच आ जावे। भाई रे गुरमुख हरनाम ध्याए, सब कहंदे फिर किवें वस विच आवेगा। हुण दुबारा राहो दा बंद आपां आ गए हैं उत्थे। हे मेरे वीर, जे तू गुरु दे सन्मुख हो के गुरु जी दी शरण विच आके गुरु शब्द ते टिकेगा ते उस अकाल पुरख वाहिगुरू हरनाम ध्याए, उहदे शुभ गुणां नूं जीवन विच वसावेगा। सा नाम निधान सद मन वसै, कदी ना मुक्कण वाला फिर परमात्मा दा शुभ गुणा रूपी खजाना तेरे मन विच वस जावेगा। मैली पावें थाओ ते तू सदा वास्ते निरंकार दे सच्चे घर दे विच इज्जत वाला, नामने वाला ते प्रेम वाला बन जावेगा। उहदे घर विच तैनूं थां मिल जावेगा। रहाओ हुण अगली जिहड़े अवगुण ने उन्हां दी बात सतगुरु कर रहे, जिहड़े मन दी मत पिछे तुरन वाले लोग ने, जिहड़े गुरु दी नहीं मन रहे, वो किवें नित निक्की निक्कियां गल्लां तो दुखी हुंदे ने। मन मुख मन तन अंध है। हुण मन मुख इत्थे खखे नूं सिहारी नहीं है। जे मनमुख नूं सिहारी हुंदी ते अर्थ बनदे मन विच। हुण मनमुख एक जिहड़ा है ना, एक मनुख दे वास्ते तुलना कीती है, एक पार्टिकुलर मनुख वास्ते। मनमुख मन दी मत पिछे लगण वाला मनुख। मन तन अंध है, उहदा मन भी अज्ञानता दे अंधेरे विच डुबिया है ते उहदा तन उस मन दे पिछे लग के अंध विश्वास दे कर्म कांड कर रहा है। ध्यान देना, मनमुख मन तन अंध है। मन की मत पिछे लगन वाला जिहड़ा मनुख है, उहदा मन अज्ञानता दे विच घिरिया होया है। उहदा मन अज्ञानता विच घिरे होण करके तन अंध है। तन भी की कर रहा है, वो भी अज्ञानता ते अंध विश्वास दे पिछे लग के अपने ज्ञान इंद्रियां ते कर्म इंद्रियां तो कर्म कांड ते पखंडां नूं जन्म दे रहा है। तिसनों ठौर ना थाओ, फिर ऐसे मनुख दे अंदर ना सच वसदा है, ना उथे सच दा पसारा बन पाउंदा है। ऐसे मनुख दी अपने अंदर भी एक भटकना बड़ी रहिंदी है, वो कदी भी एक जगह टिकदा नहीं। सदा भरम दे विच, सदा भटकना दे विच, सदा दुविधा विच ते सदा परेशानी ते चिंतावां विच ऐसा मनुख भरमदा रहिंदा है। बहुत जोनी भौंदा फिरै। हुण बहुत जोनी भौंदा फिरै, मरण तो बाद की बात नहीं चल रही है, इत्थे जिउंदियां जागदियां की गल चल रही है। हुण जिउंदियां जागदियां कई जोनियां दे विच भटकदा फिरदा है। किस तरह? कदी लालच दे विच कुत्ते दी जोन विच आ गया, जिथे लोभ प्रधान हो गया। असीं किते इमेजिन करन लग पई ना, सवेर तो समा थोड़ा जिहा अपने उत्ते लाउणा, कॉन्सनट्रेट कर दईए, पता लग जू भी असीं किहड़े किहड़े जानवर भोग लैने सवेर दे। काम हाथी आ गया, कुत्ता बन गए, कदी कदी खोता बन गए, कदी असी सप वांगू जहर सुट्टण लग पे। पता नहीं किन्नियां क पातशाह कहंदे ये जिउंदियां जागदियां जोनियां भोग लैंदा। पता नहीं किहड़े किहड़े जानवरां दे विच। इसे करके तै साहिब क्या करतूत पशु की मानस जात। करतूतां ते इहदियां जानवरां वालियां ने, कहंदा मैं मनुख दी जात लई है। ते इसे करके लोक प्रचारां करें दिन रात, कहंदे हालात इहदे यही ने। बहुत जोनी भौंदा फिरै, इवें भटकदा है जिउं सुंझे घर कां। जिवें सुन्ना घर होवे ते कां भटकदा फिरे, कां नूं उतों कुछ नहीं मिलदा, वो दौड़दा फिरदा है। कहंदे तविया हाल इस मन दा है, मनमुख दे मन दा। उहदे अंदर आत्मिक शांति नहीं आउंदी, वो अंदरों सदा व्याकुल ते परेशान रहिंदा है। गुरमती घट चानना शब्द मिलै हर नाओ। गुरमती गुरु दी मत नूं लै के, गुरु दे उपदेशां ते तुर के घट चानना। टैंके नूं सियारी है, हिरदे रूपी घर दे विच चानना, ज्ञान दा चानण, शब्द मिले हर नाओ। कदों होया? जदों शब्द दे विच, हुण दद्दे नूं इत्थे सियारी है, शब्द दे राहीं जदों मैनूं सच्चे परमात्मा दा हुक्म, उहदे शुभ गुण, उहदा नाम मैनूं मिल गया ते गुरु दी मत ते मैं जदों तुरना शुरू कीता, मेरे हिरदे रूपी घर दे विच चानण हो गया ज्ञान दा। हुण अंदरों अंध विश्वास ते भरम सारे मिट गए ने। गुरु दी मत ते तुरिया, हिरदे विच चानण हो गया, सही जीवन दी मैनूं सोझी आ गई ते गुरु शब्द विच जुड़िया, परमात्मा दे शुभ गुण मेरे जीवन च आ गए।
त्रै गुण बिखिया अंध है, माया मोह गुबार। त्रै गुणी माया, तीन गुण किहड़े ने माया दे? रजो, तमो, सतो। रजो हमेशा ही अपने आप ਨੂੰ ਰਾਜ ਭਾਗ ਦੇ ਆਧਾਨ ਸਮਝਣਾ, ਤਮੋ ਤ੍ਰਿਸ਼ਨਾ, ਸਤੋ ਸੱਚ ਬੋਲਣਾ, ਪਰ ਕੋਥੇ ਬੋਲਣਾ ਜਿੱਥੇ ਲਾਭ ਹੋਵੇ। ਸਾਰਾ ਦਿਨ ਮਨੁੱਖ ਇਸ ਮਾਇਆ ਦੇ ਤਿੰਨਾਂ ਗੁਣਾਂ ਦੇ ਪਿੱਛੇ ਹੀ ਦੌੜਦਾ ਫਿਰਦਾ ਹੈ, ਪਦਾਰਥਾਂ ਦੀ ਦੁਨੀਆ ਦੇ ਵਿੱਚ ਦੌੜਦਾ ਫਿਰਦਾ ਹੈ, ਸਾਰਾ ਦਿਨ ਇਹਦੇ ਵਿੱਚ ਅੰਨਾ ਹੋਇਆ ਫਿਰਦਾ ਹੈ। ਸਾਹਿਬ ਕਹਿੰਦੇ ਤ੍ਰੈ ਗੁਣ ਵਿਖਿਆ ਅੰਧ ਹੈ। ਤਿੰਨ ਗੁਣ ਜਿਹੜੇ ਮਾਇਆ ਦੇ ਨੇ ਇਹ ਜ਼ਹਿਰ ਬਣ ਕੇ ਇਹਦੇ ਜੀਵਨ ਵਿੱਚ ਅੰਧੇਰਾ ਕਰਕੇ ਬੈਠੇ ਹਨ। ਮਾਇਆ ਮੋਹ ਗੁਬਾਰ, ਤੇ ਮਾਇਆ ਦੇ ਮੋਹ ਦੇ ਕੁੱਪ ਅੰਧੇਰੇ ਦੇ ਵਿੱਚ ਇਹ ਨਿਤ ਡੁੱਬਿਆ ਰਹਿੰਦਾ ਹੈ। ਲੋਭੀ ਅਨ ਕੋ ਸੇਮ ਦੇ, ਪੜ ਵੇਦਾਂ ਕਰੈ ਪੁਕਾਰ। ਵਾਹਿਗੁਰੂ ਜੀ, ਕਮਾਲ ਦੀ ਗੱਲ ਆ। ਸਾਹਿਬ ਕਹਿੰਦੇ ਜਿਹੜੇ ਧਾਰਮਿਕ ਲੋਕ ਇਵੇਂ ਨਜ਼ਰ ਆਏ ਵੀ ਇਹ ਜਾਗਦੇ ਨੇ, ਇਹ ਪੰਡਤ ਵਿਦਵਾਨ ਬੜੇ ਸਮਝੇ ਵੀ ਇਹ ਜਾਗ ਪਏ ਹੋਣਗੇ, ਕਿਉਂਕਿ ਬੜੀਆਂ ਵੇਦਾਂ ਦੀਆਂ ਗੱਲਾਂ ਪੜ੍ਹ ਕੇ ਸੁਣਾਉਂਦੇ ਨੇ। ਮੇਰੇ ਵਰਗਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਵਿਚਾਰ ਕਰਕੇ ਸੁਣਾਉਂਦਾ ਹੈ, ਪਰ ਇਹੋ ਫਿੱਟ ਅਵੇਹਾ ਜੀਵਿਆ ਜੇ ਪ੍ਰਮਾਤਮਾ ਤੇ ਭਰੋਸਾ ਹੀ ਨਹੀਂ, ਫਿਰ ਮਨੁੱਖਾਂ ਦੇ ਤਾਬਿਆਂ ਤੇ ਮਨੁੱਖਾਂ ਦੇ ਪੈਰਾਂ ਵਿੱਚ ਜਾ ਕੇ ਮੱਥੇ ਟੇਕਦਾ ਹੈ ਵੀ ਤੁਸੀਂ ਮੇਰੇ ਤੇ ਕਿਰਪਾ ਕਰੋ, ਮੇਰੀ ਬਾਂਹ ਫੜੋ। ਵੀ ਇੱਕ ਬੰਨੇ ਤੂੰ ਗੁਰੂ ਸ਼ਬਦ ਦੀਆਂ ਗੱਲਾਂ ਕਰਦਾ ਹੈ, ਦੂਜੇ ਬੰਨੇ ਮਨੁੱਖਾਂ ਦੀਆਂ ਤਾਬਿਆਦਾਰੀਆਂ ਕਰਦਾ ਫਿਰਦਾ। ਹੁਣ ਤੇਰੇ 'ਚ ਕੀ ਅੰਦਾਜ਼ਾ ਲਾਈਏ? ਸਤਿਗੁਰੂ ਗੁਰਦੇਵ ਕਹਿੰਦੇ ਫਿਰ ਤੇ ਚੇਤਾ ਰੱਖੀ, ਇਹ ਧਾਰਮਿਕ ਵੇਦਾਂ ਦੇ ਪਾਠ ਪੜ੍ਹਨੇ, ਸੁਣਾਉਣੇ, ਗੱਲ ਕਰਨੀ, ਇਹ ਪਖੰਡ ਆ ਜੇ ਤੇਰਾ ਭਰੋਸਾ ਹੀ ਨਹੀਂ ਇੱਥੇ। ਅੱਜ ਮੇਰੇ ਵਰਗਾ ਇੱਕ ਬੰਨੇ ਕਹਿੰਦਾ ਹੈ, ਹੁਣ ਗੁਰਦੁਆਰੇ ਗੁਰੂ ਕੀ ਸੰਗਤ ਆਉਂਦੀ ਹੈ, ਗਿਆਨੀ ਜੀ ਅਰਦਾਸ ਕਰੋ ਸਾਡੇ ਬੱਚੇ ਨੂੰ ਸ਼ਾਂਤੀ ਮਿਲੇ, ਅਰਦਾਸ ਕਰੋ ਇਹ ਚੀਜ਼ ਮਿਲ ਜੇ। ਉਹੀ 5 ਮਿੰਟਾਂ ਬਾਅਦ ਉਹੀ ਗ੍ਰੰਥੀ, ਮਾਫ ਕਰ ਦਿਓ ਗੁਸਤਾਖੀ ਮਾਫ, ਉਹੀ ਉਹਨਾਂ ਲੋਕਾਂ ਦੇ ਪਿੱਛੇ ਦੌੜਦਾ ਫਿਰਦਾ ਹੈ ਜੀ ਮੈਨੂੰ ਹੁਣ ਅਰਦਾਸ ਦੀ ਭੇਟਾ ਹੀ ਦੇ ਦਿਓ। 1 ਮਿੰਟ ਪਹਿਲਾਂ ਉਹੀ ਮੇਰੇ ਵਰਗਾ ਵਜ਼ੀਰ ਜਿਹਨੂੰ ਅਸੀਂ ਕਹਿੰਦੇ ਸਾਂ, ਜਿਹਨੂੰ ਗੁਰੂ ਘਰ ਦਾ ਗ੍ਰੰਥੀ ਕਹਿੰਦੇ ਸਾਂ, ਉਹੀ 1 ਮਿੰਟ ਪਹਿਲਾਂ ਅਰਦਾਸ ਕਰ ਰਿਹਾ ਸੀ, ਹੇ ਦਾਤਾ ਜੀ ਇਹਨਾਂ ਦੀ ਝੋਲੀ ਭਰੋ। ਬਾਅਦ ਵਿੱਚ ਉਹੀ ਉਹਨਾਂ ਲੋਕਾਂ ਦੇ ਪਿੱਛੇ ਤਰਲੇ ਲੈ ਰਿਹਾ ਜੀ ਮੇਰੀ ਅਰਦਾਸ ਭੇਟਾ ਹੀ ਦੇ ਦਿਓ, $5 ਹੀ ਦੇ ਦਿਓ, 200 ਹੀ, 100 ਹੀ ਦੇ ਦਿਓ। ਇੰਨਾ ਕੀ ਸਬਰ ਹੈ? ਆਹ ਹਕੀਕੀ ਸੱਚ ਹੈ। ਸਭ ਕਹਿੰਦੇ ਲੋਭੀ ਅਨ ਕੋ ਸੇਵੰਦੇ, ਜਿਹੜੇ ਲਾਲਚੀ ਆ ਨਾ ਇਹ ਸਦਾ ਇਹਦੇ ਪਿੱਛੇ ਹੀ ਦੌੜਦੇ ਫਿਰਦੇ ਨੇ। ਪੜ ਵੇਦਾਂ ਕਰੈ ਪੁਕਾਰ, ਬੜੇ ਢੰਡੋਰੇ ਪਿੱਟਦੇ ਨੇ ਉਪਦੇਸ਼ਾਂ ਦੇ, ਗੁਰੂ ਦੀਆਂ ਬਾਤਾਂ ਦੇ, ਬਹੁਤ ਕੁਝ ਗੱਲਾਂ ਪੜ੍ਹ ਕੇ ਸੁਣਾਉਂਦੇ ਨੇ, ਬੜੇ ਚੋਟੀ ਦੇ ਆਪਣੇ ਆਪ ਨੂੰ ਕਥਾਕਾਰ ਕਹਿਣਾ ਪਸੰਦ ਕਰਦੇ ਨੇ। ਪਰ ਸਾਹਿਬ ਕਹਿੰਦੇ ਅੰਦਰ ਹਿੱਲਿਆ ਪਿਆ ਹੈ, ਸਭ ਕੁਛ ਅੰਦਰ ਹਿੱਲਿਆ ਪਿਆ ਹੈ। ਕਿਸੇ ਪ੍ਰਚਾਰਕ ਦੇ ਅੱਗਿਓਂ ਤੁਸੀਂ $2 ਚੁੱਕ ਲਓ ਨਾ, ਕਥਾ ਕਰਦਿਆਂ ਦੇ ਪਤਾ ਲੱਗ ਜਾਣਾ ਵੀ ਹਿੱਲਿਆ ਪਿਆ ਹੈ, ਕਿਉਂਕਿ ਆਪਣਾ ਮਨ ਨਹੀਂ ਜੁੜਿਆ। ਨਹੀਂ, ਮਾਇਆ ਵਾਸਤੇ ਲੜਦੇ ਵੇਖੇ ਨੇ ਮੈਂ, $1 ਵਾਸਤੇ ਸਿਰ ਪਾੜਦੇ ਵੇਖੇ ਨੇ, ਕਿਉਂਕਿ ਸਾਡੇ ਅੰਦਰ ਰਹਿ ਹੀ ਮਾਇਆ, ਗੁਰੂ ਤੇ ਭਰੋਸਾ ਹੀ ਨਹੀਂ ਰਿਹਾ, ਵਿਸ਼ਵਾਸ ਹੀ ਨਹੀਂ ਹੈ। ਸਿਰਫ ਗੱਲਾਂ ਕਰਨ ਜੋਗੀਆਂ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਲੋਭੀ ਅਨ ਕੋ ਸੇਵੰਦੇ, ਪੜ ਵੇਦਾਂ ਕਰੇ ਪੁਕਾਰ। ਲਾਲਚੀ ਬੰਦੇ ਹੋਰਨਾਂ ਦੀ ਪਹਿਲ ਕਮਾਉਂਦੇ ਹਨ, ਭਾਵੇਂ ਉਹ ਆਪਣੇ ਵੇਦਾਂ ਦੇ ਬਚਨ ਦਾ ਢੰਡੋਰਾ ਪਿੱਟਦੇ ਹੋਣ, ਪਾਠ ਪੂਜਾਵਾਂ ਕਰਦੇ ਹੋਣ, ਪਰ ਅੰਦਰ ਮਨ ਖੋਟਾ ਹੈ, ਖਾਲੀ ਹੈ, ਲਾਲਚ ਹੈ, ਲੋਭ ਹੈ। ਬਸ ਲੋਭ ਦੇ ਮਾਰੇ ਹੀ ਇਹ ਸਭ ਕੁਝ ਕਰੀ ਜਾ ਰਹੇ ਹਨ। ਵਿਖਿਆ ਅੰਦਰ ਪਚ ਮੂਏ, ਧੰਨ ਮੇਰਿਆ ਪਾਤਸ਼ਾਹ, ਮੇਰੇ ਮੂੰਹ ਤੇ ਚਪੇੜ ਹੈ। ਮੇਰੇ ਗੁਰੂ ਜੀ ਨੇ ਮੈਨੂੰ ਤੇ ਅੱਜ ਬਹੁਤ ਕੁਝ ਸਮਝਾ ਦਿੱਤਾ ਹੈ, ਬਹੁਤ ਕੁਝ ਰੌਸ਼ਨ ਕਰ ਦਿੱਤਾ ਹੈ। ਮੈਂ ਵੀ ਬੜਾ ਕਨਫਿਊਜ਼ ਸਾਂ ਕਈ ਦਿਨਾਂ ਤੋਂ, ਪਰ ਅੱਜ ਮੇਰੇ ਗੁਰੂ ਜੀ ਨੇ ਮੇਰੀ ਗੱਲ ਮੇਰੇ ਵਾਸਤੇ ਤੇ ਬਹੁਤ ਚਾਨਣ ਕੀਤਾ ਹੈ। ਮੈਂ ਇੰਨਾ ਕੁ ਜਾਣਦਾ, ਮੈਨੂੰ ਤੇ ਸਾਰੇ ਸਵਾਲਾਂ ਦੇ ਜਵਾਬ ਇਸ ਸ਼ਬਦ ਦੇ ਰਾਹੀਂ ਮਿਲ ਗਏ ਨੇ। ਵਿਖਿਆ ਅੰਦਰ ਪਚ ਮੂਏ, ਨਾ ਉਰਵਾਰ ਨਾ ਪਾਰ। ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਗੁਰੂ ਦਾ ਸਿੱਖ ਮਾਇਆ ਦੇ ਨਾਲ, ਮਾਇਆ ਦੇ ਵਿੱਚ ਡੁੱਬਿਆ ਹੋਇਆ, ਵਿਖਿਆ ਅੰਦਰ ਪਚ ਮੂਏ, ਨਾ ਉਰਵਾਰ ਨਾ ਪਾਰ। ਕਹਿੰਦੇ ਗੁਰੂ ਦਾ ਜਿਹੜਾ ਸਿੱਖ ਆ ਉਹ ਤੇ ਇਸ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ, ਪਰ ਮਨ ਦੀ ਮੱਤ ਪਿੱਛੇ ਲੱਗਣ ਵਾਲਾ ਮਨੁੱਖ ਸਦਾ ਮਾਇਆ ਰੂਪੀ ਜ਼ਹਿਰ ਦੇ ਵਿੱਚ ਡੁੱਬਿਆ ਰਹਿੰਦਾ ਹੈ। ਉਹਦਾ ਰੋਮ ਰੋਮ, ਅੰਗ ਅੰਗ ਮਾਇਆ ਦੇ ਵਿੱਚ ਲਿਪਤ ਰਹਿੰਦਾ ਹੈ।
ਐਸੇ ਮਨੁੱਖ ਨੂੰ ਨਾ ਸੰਸਾਰ ਵਿੱਚ ਇੱਜ਼ਤ ਮਿਲਦੀ ਹੈ, ਨਾ ਉਹਨੂੰ ਪਰਿਵਾਰਕ ਜੀਵਨ ਵਿੱਚ ਇੱਜ਼ਤ ਮਿਲਦੀ ਹੈ, ਕਿਉਂਕਿ ਉਹਨੇ ਬੇਈਮਾਨੀਆਂ ਕੀਤੀਆਂ ਹੁੰਦੀਆਂ ਨੇ। ਉਹੀ ਬੇਈਮਾਨੀਆਂ ਉਹਦੇ ਸਾਹਮਣੇ ਆਉਂਦੀਆਂ। ਵਿਖਿਆ ਅੰਦਰ ਪਚ ਮੂਏ, ਨਾ ਉਰਵਾਰ ਨਾ ਪਾਰ। ਮਾਇਆ ਦੇ ਮੋਹ ਵਿੱਚ ਖੁਆਰ ਹੋ ਕੇ, ਵਿਖਿਆ ਦਾ ਅਰਥ ਹੈ ਮਾਇਆ ਦੇ ਮੋਹ ਦੇ ਵਿੱਚ ਖੁਆਰ ਹੋ ਕੇ ਐਸੇ ਮਨੁੱਖ ਸਦਾ ਜ਼ਮੀਰੀ ਤੌਰ 'ਤੇ ਮਰ ਜਾਂਦੇ ਨੇ, ਉਹਨਾਂ ਦੀ ਆਤਮਾ ਮਰ ਜਾਂਦੀ ਹੈ। ਅੱਜ ਦੇਖੋ, ਆਏ ਇੱਕ ਲੀਡਰ ਨੇ ਕੱਲ ਪਰਸੋਂ ਇੱਕ ਬਿਆਨ ਦਿੱਤਾ, ਮੈਂ ਹੈਰਾਨ ਹੋ ਗਿਆ ਕਿ ਉਹ ਕਹਿੰਦਾ ਹੈ ਕਿ ਉਹ ਪੰਜਾਬ ਕੇਸਰੀ ਦਾ ਜਿਹੜਾ ਰਿਪੋਰਟਰ ਹੈ, ਕਹਿੰਦੇ ਉਹਨੇ ਬਹੁਤ ਵੱਡੀ ਸ਼ਹਾਦਤ ਦਿੱਤੀ ਹੈ, ਜਿਨੇ ਇੰਨੇ ਨੌਜਵਾਨ ਮੁੰਡੇ ਮਰਵਾਏ, ਸਿੱਖਾਂ ਦਾ ਐਡਾ ਘਾਣ ਕੀਤਾ। ਕਿੱਥੇ ਜਾਣਗੇ, ਕਿੱਥੇ ਮੂੰਹ ਵਿਖਾਉਣਗੇ ਲੋਕ? ਇਹਨਾਂ ਨੇ ਵੀ ਪੱਗਾਂ ਬੰਨੀਆਂ ਨੇ, ਕਾਹਦੀ ਇਹਨਾਂ ਦੇ ਅੰਦਰ ਦੇ ਜ਼ਮੀਰ ਤੇ ਮਰ ਚੁੱਕੇ ਨੇ, ਮੌਤ ਹੋ ਚੁੱਕੀ ਇਹਨਾਂ ਦੀ। ਇਹਨਾਂ ਤੋਂ ਆਸ ਹੀ ਨਹੀਂ ਕੀਤੀ ਜਾ ਸਕਦੀ ਕਿ ਸਾਡੀ ਕੌਮ ਵਾਸਤੇ ਕੁਝ ਸੋਚਣਗੇ। ਇਹ ਤੇ ਉਹ ਲੋਕ ਨੇ ਜਿਨ੍ਹਾਂ ਨੇ ਪੱਗਾਂ ਤੇ ਸਿੱਖਾਂ ਦੀਆਂ ਬੰਨੀਆਂ, ਪਰ ਹਿਰਨ ਛੱਡੇ ਨੇ ਸਾਡੇ ਵਿੱਚ, ਜਿਹੜੇ ਜਾ ਕੇ ਸਰਕਾਰੀ ਚੋਗਾ ਹੀ ਖਾਂਦੇ ਨੇ। ਇਹਨਾਂ ਨੇ ਕੁਝ ਨਹੀਂ ਜੇ ਕਰਨਾ। ਜੇ ਆਪਾਂ ਕੁਝ ਕਰਨਾ ਹੈ, ਬਦਲਾਵ ਚਾਹੁੰਦੇ ਹਾਂ, ਤਾਂ ਸਾਨੂੰ ਇੱਕਮੁੱਠ ਹੋਣਾ ਪਊਗਾ। ਸਭ ਤੋਂ ਪਹਿਲਾਂ ਐਜੂਕੇਟ ਹੋਣਾ ਪਊਗਾ। ਉਹਦੇ ਵਾਸਤੇ ਜ਼ਰੂਰੀ ਹੈ ਗੁਰਮਤਿ, ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਸ਼ਬਦ ਗੁਰਬਾਣੀ ਨਾਲ ਜੁੜੀਏ। ਸਾਨੂੰ ਕਿਸੇ ਮਨੁੱਖ ਰੂਪੀ ਆਗੂ ਦੀ ਲੋੜ ਨਹੀਂ। ਸਾਡਾ ਆਗੂ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ, ਹਾਜ਼ਰ ਨਾਜ਼ਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਈਏ, ਸਾਰੇ ਸਵਾਲਾਂ ਦੇ ਜਵਾਬ ਲੱਭ ਸਕਦੇ ਹਨ। ਮਾਇਆ ਮੋਹ ਵਿਸਾਰਿਆ, ਜਗਤ ਪਿਤਾ ਪ੍ਰਿਤਪਾਲ। ਕਹਿੰਦੇ ਮਾਇਆ ਦੇ ਮੋਹ ਵਿੱਚ ਫਸ ਕੇ ਇਸ ਜੀਵ ਨੇ ਜਗਤਹਾਰ ਪਿਤਾ, ਜੋ ਪਾਲਣ ਵਾਲਾ ਹੈ, ਜੋ ਸਭ ਕੁਝ ਦੇਣ ਵਾਲਾ ਹੈ, ਵਾਹਿਗੁਰੂ। ਮੈਂ ਵੀ ਕਈ ਵਾਰੀ ਨਾ ਸੋਚਦਾ ਕਿ ਕਿਉਂ ਅਣਖ ਮਨੁੱਖ ਦੀ ਜਿਹੜੀ ਹੈ ਬਗੈਰਤ ਹੋ ਜਾਂਦੀ ਹੈ, ਕਿਉਂ ਮਨੁੱਖ ਇੰਨਾ ਬਗੈਰਤੀ ਹੋ ਜਾਂਦਾ ਹੈ, ਕਿਉਂ ਜਣੇ ਖਣੇ ਦੇ ਪੈਰਾਂ ਵਿੱਚ ਡਿੱਗਦਾ ਫਿਰਦਾ ਹੈ, ਕਿਉਂ ਲੋਕਾਂ ਦੇ ਪੈਰ ਚੱਟਦਾ ਹੈ? ਕਿਉਂਕਿ ਉਹਨੂੰ ਇਹ ਭੁੱਲ ਜਾਂਦਾ ਹੈ ਕਿ ਜਗਤ ਦਾ ਮਾਲਕ, ਪ੍ਰਤਪਾਲਣਾ ਕਰਨ ਵਾਲਾ ਪਰਮਾਤਮਾ ਉਹ ਮੇਰੇ ਨਾਲ ਹੈ। ਉਹ ਦੁਨਿਆਵੀ ਲੋਕਾਂ ਨੂੰ ਆਪਣਾ ਮਾਂ-ਬਾਪ ਸਮਝਣ ਲੱਗ ਪੈਂਦਾ, ਦੁਨਿਆਵੀ ਲੋਕਾਂ ਨੂੰ ਆਪਣਾ ਪ੍ਰਤਪਾਲਕ ਸਮਝਣ ਲੱਗ ਪੈਂਦਾ ਹੈ। ਇੱਥੇ ਹੀ ਆ ਕੇ ਖੜ ਜਾਂਦੇ ਆ। ਸਿੱਖਾਂ ਦੇ ਅੰਦਰ ਕੈਸੀ ਸਤਿਗੁਰੂ ਨੇ ਗੈਰਤ ਪਾ ਦਿੱਤੀ ਹੋਊਗੀ ਨਾ ਗੁਰੂ ਸ਼ਬਦ ਦੀ ਵਿਚਾਰ ਨਾਲ। ਕਿਸ ਤਰੀਕੇ ਦੇ ਉਹ ਮੁਰਦੇ ਜਿਹੜੇ ਸਾਨੂੰ ਜੀਵਤ ਕਰਕੇ ਰੱਖ ਦਿੱਤੇ, ਜਿਹੜੇ ਕਹਿੰਦੇ ਨੇ ਵੱਡੇ ਤੋਂ ਵੱਡੀ ਹਕੂਮਤ ਨਾਲ ਟੱਕਰ ਲੈ ਲੈਂਦੇ ਨੇ ਤੇ ਕਹਿੰਦੇ ਵੀ ਅਸੀਂ ਤੇਰੇ ਦਿੱਤੇ ਹੋਏ ਰਾਜ ਭਾਗਾਂ ਤੇ ਨਹੀਂ, ਹਮ ਰਾਖਤ ਪਾਤਸ਼ਾਹੀ ਦਾਵਾ। ਸਾਡੇ ਗੁਰੂ ਨੇ ਸਾਨੂੰ ਪਾਤਸ਼ਾਹੀਆਂ ਦਾ ਦਾਵਾ ਕੀਤਾ ਹੈ, ਅਸੀਂ ਆ ਤੁਹਾਡੀਆਂ ਦਿੱਤੀਆਂ ਹੋਈਆਂ ਖੈਰਾਤਾਂ ਨੂੰ ਜੀਵਨ 'ਚ ਨਹੀਂ ਵਸਾਉਂਦੇ। ਇਹੋ ਜਿਹੀ ਅਣਖੀਲੀ ਗੁਰੂ ਕੇ ਸਿੱਖਾਂ ਦੀਆਂ ਜੀਵਨ ਦੀਆਂ ਗਾਥਾਵਾਂ ਨੇ। ਆ ਕੱਲ ਪਰਸੋਂ ਸਾਰਾਗੜ੍ਹੀ ਦੀ ਜੰਗ ਦਾ ਇਤਿਹਾਸ ਨਿਕਲ ਗਿਆ, ਸਾਡੇ ਤਾਂ ਬੱਚਿਆਂ ਨੂੰ ਨਹੀਂ ਪਤਾ। 10,000 ਬੰਦਿਆਂ ਦੇ 1000 ਬੰਦੇ ਨੇ, ਤੁਸੀਂ ਦੇਖੋ ਕਿੰਨੀ ਵੱਡੀ ਫੌਜ ਦੇ ਨਾਲ ਟਕਰਾਵ ਕੀਤਾ। ਇਹ ਉਹ ਗੁਰੂ ਕੇ ਸਿੱਖਾਂ ਦੀਆਂ ਬਾਤਾਂ ਨੇ ਜਿਨ੍ਹਾਂ ਨੇ ਆਪਣਾ ਜੀਵਨ ਵਾਰ ਦਿੱਤਾ ਗੁਰੂ ਦੇ ਹੁਕਮਾਂ ਦੇ ਉੱਤੇ। ਅੱਜ ਵੀ ਇਹ ਜਿਹੜੀ ਹੈ ਨਾ ਸ਼ਕਤੀ ਮੌਜੂਦ ਹੈ। ਮਾਇਆ ਮੋਹ ਵਿਸਾਰਿਆ, ਮਾਇਆ ਦੇ ਮੋਹ ਵਿੱਚ ਫਸ ਕੇ ਜੀਵਾਂ ਨੇ ਕੀ ਕੀਤਾ ਹੈ? ਜਗਤ ਪਿਤਾ ਪ੍ਰਿਤਪਾਲ, ਜਗਤ ਦੇ ਪਿਤਾ ਜੋ ਪਾਲਣਹਾਰ ਪਰਮਾਤਮਾ ਜੀ ਨੇ ਉਹਨਾਂ ਨੂੰ ਭੁਲਾ ਦਿੱਤਾ ਹੈ। ਬਾਝੋਂ ਗੁਰੂ ਅਚੇਤ ਹੈ, ਸਭ ਬੱਧੀ ਜਮ ਕਾਲ। ਸਭ ਕਹਿੰਦੇ ਚੇਤਾ ਰੱਖਿਓ, ਇਹ ਗੱਲ ਭਲੀ ਭਾਂਤ ਜੀਵਨ 'ਚ ਵਸਾ ਲਿਓ। ਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ, ਗੁਰੂ ਉਪਦੇਸ਼ ਧੰਨ ਗੁਰਬਾਣੀ ਨੂੰ ਜੀਵਨ ਵਿੱਚ ਵਸਾਉਣ ਤੋਂ ਬਿਨਾਂ ਤੂੰ ਸਾਰੀ ਉਮਰ ਗਾਫਲ ਹੀ ਰਵੇਂਗਾ, ਮੂਰਖ ਹੀ ਬਣ ਕੇ ਘੁੰਮਦਾ ਰਵੇਂਗਾ, ਕਿਉਂਕਿ ਤੈਨੂੰ ਮੰਜ਼ਿਲ ਲੱਭਣੀ ਕੋਈ ਨਹੀਂ, ਰਸਤਾ ਲੱਭਣਾ ਕੋਈ ਨਹੀਂ। ਰਸਤਾ ਤੇ ਗੁਰੂ ਨੇ ਦੱਸਣਾ ਹੈ। ਪਰਮਾਤਮਾ ਤੋਂ ਵਿਛੜੀ ਹੋਈ ਇਹ ਸਾਰੀ ਲੋਕਾਈ ਆਤਮਿਕ ਮੌਤ ਤੇ ਆਪਣੇ ਬੰਧਨਾਂ ਦੇ ਵਿੱਚ ਨਿਤ ਜਗੜੀ ਪਈ ਹੈ, ਮਾਇਆ ਦੇ ਵਿਕਾਰਾਂ ਵਿੱਚ ਫਸੀ ਪਈ ਹੈ। ਇਸ ਚਿੱਕੜ ਵਿੱਚੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦੀ। ਸਾਹਿਬ ਕਹਿੰਦੇ ਬਾਝੋਂ ਗੁਰੂ ਅਚੇਤ ਹੈ, ਸਭ ਬੱਧੀ ਜਮਕਾਲ। ਗੁਰੂ ਦੀ ਸ਼ਰਨ ਤੋਂ ਬਿਨਾਂ, ਗੁਰੂ ਦੀ ਗਿਆਨ ਤੋਂ ਬਿਨਾਂ ਇਹ ਸਾਰੀ ਲੋਕਾਈ ਮਾਇਆ ਦੇ ਘੁੱਪ ਅੰਧੇਰੇ ਵਿੱਚ ਡੁੱਬੀ ਪਈ ਹੈ ਤੇ ਨਿਤ ਵਿਕਾਰਾਂ ਦੇ ਵਿੱਚ ਫਸੀ ਪਈ ਹੈ। ਆਖਰੀਆਂ ਪੰਕਤੀਆਂ ਨੇ ਅੱਜ ਦੇ ਪਾਵਨ ਸ਼ਬਦ ਦੀਆਂ। 10ਵਾਂ ਨੰਬਰ ਸ਼ਬਦ ਹੈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ, ਤੇ 43ਵਾਂ ਨੰਬਰ ਸ਼ਬਦ ਹੈ ਸ਼੍ਰੀ ਰਾਗ ਦਾ, ਤੇ ਚੌਥਾ ਬੰਦ ਹੈ ਨਾਨਕ ਗੁਰਮਤਿ ਉਭਰੇ ਸੱਚਾ ਨਾਮ ਸੰਭਾਲ। ਨਾਨਕ ਜੀ ਆਖਦੇ ਹਨ ਗੁਰੂ ਦੀ ਮੱਤ ਤੇ ਤੁਰ ਕੇ, ਉਭਰੇ ਦਾ ਅਰਥ ਹੈ
ਬਚਿਆ ਜਾ ਸਕਦਾ ਹੈ। ਸੱਚਾ ਨਾਮ ਸੰਭਾਲ। ਜੇ ਸਦਾ ਅਟਲ ਰਹਿਣ ਵਾਲੇ ਸੱਚੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਜੇ ਅਸੀਂ ਟਿਕ ਜਾਈਏ। ਨਾਨਕ ਗੁਰਮਤਿ ਉਬਰੇ। ਹੇ ਨਾਨਕ, ਗੁਰੂ ਦੀ ਸਿੱਖਿਆ ਦੀ ਬਰਕਤ ਦੇ ਨਾਲ ਗੁਰੂ ਜੀ ਦੇ ਹੁਕਮ ਦੇ ਵਿੱਚ ਤੁਰਿਆ, ਗੁਰੂ ਜੀ ਦੀ ਰਜ਼ਾ ਨੂੰ ਮੰਨਿਆ, ਕੀ ਹੋਵੇਗਾ? ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਤੇਰੇ ਇਸ ਹਿਰਦੇ ਘਰ ਦੇ ਵਿੱਚ ਵਸ ਜਾਵੇਗਾ। ਹੁਣ ਜਿਸ ਮਨੁੱਖ ਦੇ ਅੰਦਰ ਇਹ ਕੌਨਫੀਡੈਂਸ ਬਣ ਜਾਵੇ, ਇਹ ਵਿਲ ਪਾਵਰ ਉਹਦੇ ਅੰਦਰ ਬਣ ਜਾਵੇ ਕਿ ਮੈਂ ਇਕੱਲਾ ਹੈ ਹੀ ਨਹੀਂ, ਮੇਰਾ ਗੁਰੂ ਮੇਰੇ ਨਾਲ ਆ ਰੱਬ ਮੇਰੇ ਨਾਲ ਆ, ਉਹਨੂੰ ਕਿਸੇ ਦੇ ਕੋਲੋਂ ਜਾ ਕੇ ਫੌਜਾਂ ਮੰਗਣ ਦੀ ਲੋੜ ਨਹੀਂ, ਉਹਨੂੰ ਕਿਸੇ ਨਾਲ ਧੜਾ ਬਣਾਉਣ ਦੀ ਲੋੜ ਨਹੀਂ, ਕਿਉਂਕਿ ਉਹਦਾ ਧੜਾ ਗੁਰੂ ਦਾ ਧੜਾ ਹੈ, ਉਹ ਰੱਬ ਉਹਦੇ ਨਾਲ ਖਲੋਤਾ ਹੈ। ਜਿਹਨੂੰ ਇਹ ਵਿਸ਼ਵਾਸ ਵੱਜ ਗਿਆ ਨਾ ਵੀ ਪ੍ਰਮਾਤਮਾ ਮੇਰੇ ਨਾਲ ਹੈ। ਹੁਣ ਤੁਸੀਂ ਦੇਖੋ, ਕਹਿੰਦੇ ਇੱਕ ਮਨੁੱਖ ਦੇ ਨਾਲ ਉਹਦੇ ਭਰਾ ਖਲੋਤੇ ਹੋਣ ਬੜਾ ਕੌਨਫੀਡੈਂਟ ਹੁੰਦਾ ਹੈ, ਤੇ ਜਿਹਦੇ ਨਾਲ ਰੱਬ ਪ੍ਰਮਾਤਮਾ ਖਲੋਤਾ ਹੋਵੇ ਉਹ ਕਿੰਨਾ ਕੌਨਫੀਡੈਂਟ ਹੋਊਗਾ। ਫਿਰ ਉਹਦੀਆਂ ਬੋਲਾਂ ਦੇ ਵਿੱਚ ਜਾਗਰਤੀ ਹੋਵੇਗੀ, ਸੱਚਾਈ ਹੋਵੇਗੀ। ਸਾਡੇ ਬੋਲਾਂ 'ਚ ਝੂਠ ਪਤਾ ਕਿਉਂ ਆ? ਸਾਡੇ ਅੰਦਰ ਡਰ ਆ, ਸਾਡੇ ਅੰਦਰ ਬੇਈਮਾਨੀ ਹੈ, ਸਾਡੇ ਅੰਦਰ ਬੇਇਨਸਾਫੀ ਹੈ, ਸਾਡੇ ਅੰਦਰ ਧੋਖਾ ਹੈ, ਸਾਡੇ ਅੰਦਰ ਮੈਲ ਹੈ। ਇਸੇ ਕਰਕੇ ਉਹ ਮੈਲ ਜਿਹੜੀ ਨਾ ਸਾਨੂੰ ਰਾਤ ਨੂੰ ਡਰਾਉਂਦੀ ਹੈ। ਅਸੀਂ ਕੰਬ ਜਾਂਦੇ ਹਾਂ, ਡਰਦੇ ਹਾਂ, ਕਿਤੇ ਸੱਚ ਬੋਲਿਆ, ਕਿਤੇ ਇਹ ਨਾ ਹੋਵੇ ਸਾਨੂੰ ਕੋਈ ਮਾਰ ਹੀ ਨਾ ਦੇਵੇ। ਪਰ ਜਿਹਦੇ ਨਾਲ ਪ੍ਰਮਾਤਮਾ ਆ ਕੇ ਖੜ ਗਿਆ ਨਾ, ਉਸ ਮਨੁੱਖ ਦੇ ਅੰਦਰ ਸੱਚਾਈ ਕੁੱਟ-ਕੁੱਟ ਕੇ ਭਰ ਜਾਂਦੀ ਹੈ। ਉਹਦੇ ਅੰਦਰ ਇੰਨਾ ਵਿਸ਼ਵਾਸ, ਆਤਮ ਵਿਸ਼ਵਾਸ ਵੱਧ ਜਾਂਦਾ ਹੈ, ਉਹ ਨਹੀਂ ਪਰਵਾਹ ਕਰਦਾ। ਫਿਰ ਉਹਨੂੰ ਫਿਰ ਇੱਕ ਗੱਲ ਦੀ ਗੁੜਤੀ ਮਿਲ ਜਾਂਦੀ ਹੈ, ਪਰਵਾਹ ਨਹੀਂ ਕਿਸੇ ਕੇਰੀ, ਬਾਜ ਸੱਚੇ ਨਾਏ। ਅੱਜ ਦਾ ਸ਼ਬਦ ਸੱਚੀ ਮੈਂ ਬੇਨਤੀ ਕਰ ਰਿਹਾ, ਬੜੇ ਸਵਾਲਾਂ ਦੇ ਜਵਾਬ ਦਿੱਤੇ ਨੇ ਪਾਤਸ਼ਾਹ ਨੇ। ਮੈਨੂੰ ਤੇ ਬਹੁਤ ਕੁਝ ਮਿਲਿਆ, ਸ਼ਾਇਦ ਤੁਹਾਨੂੰ ਵੀ ਮਿਲ ਜਾਵੇ ਜੇ ਆਪਾਂ ਯਤਨ ਮਾੜਾ ਜਿਹਾ ਸੁਣ ਕੇ ਉਹਨੂੰ ਜੀਵਨ 'ਚ ਵਸਾਉਣ ਦਾ ਕਰੀਏ। ਅਕਾਲ ਪੁਰਖ ਤੇ ਭਰੋਸਾ ਰੱਖੀਏ, ਵਿਸ਼ਵਾਸ ਕਰੀਏ ਗੁਰੂ ਤੇ। ਗੁਰੂ ਬੜਾ ਪਿਆਰਾ ਜੇ, ਬੜਾ ਪਿਆਰਾ ਜੇ। ਇਹ ਆਪਣੇ ਸਿੱਖ ਨੂੰ ਜਦੋਂ ਪਿਆਰ ਕਰਦਾ ਨਾ, ਆਪਣਾ ਸਭ ਕੁਝ ਆਪਣੇ ਸਿੱਖ ਦੀ ਝੋਲੀ 'ਚ ਪਾ ਕੇ ਵੀ ਕਹਿੰਦਾ, ਉਹ ਸਿੱਖਾ ਮੈਂ ਸਭ ਕੁਝ ਤੈਨੂੰ ਦੇ ਦੂੰਗਾ, ਬਸ ਇੱਕ ਗੱਲ ਤੇਰੇ ਕੋਲ ਚਾਹੁੰਦਾ ਕਿ ਤੂੰ ਇੱਕ ਗੱਲ ਸੱਚਾਈ ਦੇ ਰਸਤੇ ਤੁਰਨਾ ਸ਼ੁਰੂ ਕਰ ਦੇ। ਇਤ ਮਾਰਗ ਚੱਲੇ ਭਾਈੜੇ, ਗੁਰ ਕਹਿ ਸੋ ਕਾਰ ਕਮਾਈ ਜੀਓ, ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੇ ਹਰ ਦਰਸਾਵੜਾ, ਨਹੀਂ ਲਾਗੈ ਤਤੀ ਵਾਓ ਜੀਓ। ਸਤਿਗੁਰੂ ਕਿਰਪਾ ਕਰਨ। ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਨੇ। ਆਪ ਗੁਰੂ ਜੀ ਦੀ ਪਿਆਰੀ ਸਤ ਸੰਗਤ ਬਖਸ਼ਣਯੋਗ ਹੋ। ਸਤਿਗੁਰੂ ਕਿਰਪਾ ਕਰਨ, ਆਪਣੇ ਚਰਨਾਂ ਦਾ ਪ੍ਰੇਮ ਬਖਸ਼ਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।